ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਅੱਜ ਦਾ ਪ੍ਰੋਗਰਾਮ ਖਾਸ ਪ੍ਰੋਗਰਾਮ ਸਾਡਾ ਹੁੰਦਾ ਹੈ ਰਣਜੀਤ ਸਿੰਘ ਕੁਕੀ ਗਿੱਲ ਸਰ ਦੇ ਨਾਲ, ਜਿਹਦੇ 'ਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਬਾਰੇ, ਭਾਰਤ ਪੱਧਰ ਤੇ ਜੋਸ਼ੀਮਠ ਬਾਰੇ ਔਰ ਇੱਕ ਕਿਤਾਬ ਜੋ ਭਾਰਤ ਬਾਰੇ ਛਪੀ ਹੈ ਉਹਦੇ ਤੇ ਗੱਲ ਕਰਨੀ ਬੇਹੱਦ ਅਹਿਮ ਹੋ ਜਾਂਦੀ ਹੈ, ਕਿਉਂਕਿ ਕਿਤਾਬ ਦਾ ਟਾਈਟਲ ਜਿਹੜਾ ਹੈ ਉਹ ਦਿਖਾਉਂਦਾ ਹੈ ਕਿ 1947 ਤੋਂ ਲੈ ਕੇ ਹੁਣ ਤੱਕ ਇੰਡੀਅਨ ਭਾਰਤੀਆਂ ਨੂੰ ਬਿਟਰੇ ਕੀਤਾ ਗਿਆ ਹੈ। ਇੰਡੀਆ ਇਜ਼ ਬ੍ਰੋਕਨ। ਔਰ ਉਸ ਤੋਂ ਬਾਅਦ ਇੰਟਰਨੈਸ਼ਨਲ ਪੱਧਰ ਤੇ ਗੱਲ ਕਰਾਂਗੇ ਬ੍ਰਾਜ਼ੀਲ ਦੇ ਵਿੱਚ ਜਿਵੇਂ ਲੋਕਤੰਤਰ ਸ਼ਰਮਸਾਰ ਹੋਇਆ ਹੈ, ਔਰ ਉਹਦੇ ਨਾਲ ਹੀ ਹੈਨਰੀ ਕਿਸਿੰਗਰ ਦਾ ਜੋ ਨੋਬਲ ਪੀਸ ਪ੍ਰਾਈਜ਼ ਤੇ ਡਿਸਪਿਊਟ ਆ ਉਹਦੇ ਕੁਝ ਕਾਗਜ਼ਾਤ ਸਾਹਮਣੇ ਆਏ ਨੇ। ਸਭ ਤੋਂ ਪਹਿਲਾਂ ਮੈਂ ਸ਼ਾਮਿਲ ਕਰਦੀ ਹਾਂ ਰਣਜੀਤ ਸਿੰਘ ਸਰ ਨੂੰ ਔਰ ਸਵਾਗਤ ਕਰਦੀ ਹਾਂ ਸਰ ਤੁਹਾਡਾ, ਬਹੁਤ ਬਹੁਤ ਵੈਲਕਮ ਐਂਡ ਥੈਂਕ ਯੂ। Thank you so much, Manveer. Good to be with you. ਸਰ ਮੈਂ ਚਾਹੁੰਦੀ ਕਿ ਆਪਾਂ ਉੱਥੋਂ ਹੀ ਸ਼ੁਰੂਆਤ ਕਰੀਏ। ਜਿਹੜੀ ਉਹ ਕਿਤਾਬ ਪ੍ਰਿੰਸਟਨ ਯੂਨੀਵਰਸਿਟੀ ਦੇ ਇੱਕ ਵਿਜ਼ਿਟਿੰਗ ਪ੍ਰੋਫੈਸਰ ਵੱਲੋਂ ਲਿਖੀ ਗਈ ਹੈ, ਇੰਡੀਆ ਇਜ਼ ਬ੍ਰੋਕਨ, ਕਿੱਦਾਂ ਤੁਹਾਨੂੰ ਲੱਗੀ ਸਰ ਇਹ ਕਿਤਾਬ? ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਕਿਤਾਬ ਦੇ ਵਿਚਲੀਆਂ ਗੱਲਾਂ ਨੂੰ ਭਾਰਤ ਦੇ ਨਾਲ ਜੋੜ ਕੇ ਦੇਖੋ। ਅਗਰ ਅੱਜ ਦੇ ਵਿੱਚ ਭਾਰਤ 'ਚ ਕੀ ਹੈ ਤਾਂ ਕਿਵੇਂ ਦੇਖਦੇ ਹੋ ਸਰ ਤੁਸੀਂ? ਇਹ ਨਾ ਰੀਸੈਂਟ ਬੁੱਕ ਰਿਲੀਜ਼ ਹੋਈ ਹੈਗੀ ਆ, ਅਸ਼ੋਕਾ ਮੋਦੀ ਇੱਕ ਵਿਜ਼ਿਟਿੰਗ ਪ੍ਰੋਫੈਸਰ ਨੇ ਅਬਾਊਟ ਇੰਟਰਨੈਸ਼ਨਲ ਇਕਨੋਮਿਕ ਪਾਲਿਸੀ ਐਟ ਪ੍ਰਿੰਸਟਨ ਯੂਨੀਵਰਸਿਟੀ। ਉਹ ਇੰਡੀਅਨ ਓਰੀਜਨ ਦੇ ਨੇ ਐਂਡ ਨਾਮੀ ਇਕਨੋਮਿਕਸ ਦੇ ਐਕਸਪਰਟ ਮੰਨੇ ਜਾਂਦੇ ਨੇ। ਉਹਨਾਂ ਨੇ ਆਪਣੀ ਬੁੱਕ ਲਿਖੀ ਆ ਨਵੀਂ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਜਵਾਹਰ ਲਾਲ ਨਹਿਰੂ ਦੀਆਂ ਪਾਲਿਸੀ ਸੀਗੀਆਂ ਟੂ ਆਲ ਦਾ ਵੇ ਟੂ ਰਾਜੀਵ ਗਾਂਧੀ, ਉਹਨਾਂ ਤੇ ਉਹਨਾਂ ਨੇ ਕਾਫੀ ਇਨਵੈਸਟੀਗੇਟਿਵ ਤੌਰ ਤੇ ਉਹਨਾਂ ਨੇ ਇੱਕ ਸਟੱਡੀ ਕਰਕੇ ਆਪਣੀ ਉਸਨੂੰ ਬੁੱਕ ਦੀ ਸ਼ੇਪ ਦਿੱਤੀ ਹੈਗੀ। ਉਸ ਬੁੱਕ ਦਾ ਟਾਈਟਲ ਹੈਗਾ ਇੰਡੀਆ ਇਜ਼ ਬ੍ਰੋਕਨ, ਏ ਪੀਪਲ ਬਿਟਰੇਡ 1947 ਟੂ ਟੂਡੇ। ਇਹ ਕਾਫੀ ਚਰਚਾ 'ਚ ਆਈ ਹੈਗੀ ਬੁੱਕਸ, ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਬੁੱਕ ਦੀ ਸ਼ੁਰੂਆਤ ਆ ਉਹ ਜਵਾਹਰ ਲਾਲ ਨਹਿਰੂ ਜਦੋਂ ਪ੍ਰਾਈਮ ਮਿਨਿਸਟਰ ਇੰਡੀਆ ਦੇ ਬਣੇ ਨੇ ਉਹਨਾਂ ਤੋਂ ਸ਼ੁਰੂ ਕੀਤੀ ਆ। ਕਿ ਜਿਹੜੇ ਜਵਾਹਰ ਲਾਲ ਨਹਿਰੂ ਐਸ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਦਾ ਜਿਹੜਾ ਐਮਫਸਿਸ ਸੀਗਾ ਦੈਟ ਵਾਜ਼ ਔਨ ਹੈਵੀ ਇੰਡਸਟਰੀਜ਼ ਐਂਡ ਹਾਇਰ ਐਜੂਕੇਸ਼ਨ। ਉਹਦੇ ਵਿੱਚ ਉਹ ਇਹ ਫਾਲਟ ਲਾਈਨ ਲੱਭਦੇ ਨੇ ਕਿ ਰੈਦਰ ਕਿ ਹੈਵੀ ਇੰਡਸਟਰੀ ਤੇ ਹਾਇਰ ਐਜੂਕੇਸ਼ਨ ਤੇ ਐਮਫਸਾਈਜ਼ ਕਰਨ ਦੀ ਬਜਾਏ ਜਿਹੜੀ ਪਾਲਿਸੀ ਉਦੋਂ ਚਾਹੀਦੀ ਸੀ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਦੀ, ਉਹ ਸ਼ੁੱਡ ਹੈਵ ਬੀਨ ਡਾਇਰੈਕਟਡ ਟੁਵਰਡ ਪ੍ਰਾਇਮਰੀ ਐਜੂਕੇਸ਼ਨ, ਜਿਹੜੀ ਅੱਜ ਵੀ ਇੰਡੀਆ 'ਚ ਬਹੁਤ ਲੈਕ ਕਰ ਰਹੀ ਹੈ, ਐਂਡ ਮੀਡੀਅਮ ਐਂਡ ਸਮਾਲ ਸਕੇਲ ਇੰਡਸਟਰੀਜ਼, ਜਿਹਦੇ ਨਾਲ ਕਿ ਜੌਬ ਕ੍ਰੀਏਸ਼ਨ ਬਹੁਤ ਵੱਡੇ ਪੱਧਰ ਤੇ ਹੋਣੀ ਸੀਗੀ। ਤੇ ਉਹਦੇ ਨਾਲ ਸੀਗਾ ਕਿ ਪੀਪਲਸ ਦੀ ਇਨਵੋਲਵਮੈਂਟ ਹੋਣੀ ਸੀਗੀ, ਤਾਂ ਕਿ ਜਿਹੜੀ ਫਾਊਂਡੇਸ਼ਨ ਸੀਗੀਆਂ ਇੰਡੀਆ ਦੀਆਂ ਸਟਾਰਟਿੰਗ ਫਰਮ 1947 ਉਹ ਇੱਕ ਕੰਕਰੀਟ ਪਲੇਟਫਾਰਮ ਤੇ ਖੜੀਆਂ ਹੁੰਦੀਆਂ। ਉਹਨਾਂ ਨੇ ਆਪਣੇ ਕੰਪੈਰੀਜ਼ਨ ਵਿੱਚ ਜਾਪਾਨ ਤੇ ਸਾਊਥ ਕੋਰੀਆ ਨੂੰ ਲਿਆਂਦਾ ਹੈਗਾ ਕਿ ਕਿਵੇਂ ਅੱਜ ਜਾਪਾਨ ਤੇ ਸਾਊਥ ਕੋਰੀਆ, ਜਿਨ੍ਹਾਂ ਦੀ ਰਿਲਾਇੰਸ ਰਹੀ ਹੈਗੀ ਆ ਸਮਾਲ ਤੇ ਮੀਡੀਅਮ ਸਕੇਲ ਇੰਡਸਟਰੀ ਤੇ ਐਂਡ ਮੋਰ ਐਮਫਸਿਸ ਔਨ ਦਾ ਪ੍ਰਾਇਮਰੀ ਐਜੂਕੇਸ਼ਨ ਫਰਮ ਦਾ ਵੈਰੀ ਬਿਗਨਿੰਗ, ਜਿੱਥੋਂ ਬੇਸਿਸ ਹੈਗੀ ਐਜੂਕੇਸ਼ਨ ਦੀ, ਉਹ ਤੁਸੀਂ ਕੰਪੈਰੀਜ਼ਨ ਕੀਤਾ ਹੈਗਾ ਕਿ ਕਿਸ ਤਰ੍ਹਾਂ ਹੁਣ ਸਾਊਥ ਕੋਰੀਆ ਤੇ ਜਾਪਾਨ ਜਿਹੜੀਆਂ ਨੇ ਉਹ ਲੀਡਿੰਗ ਵਰਲਡ ਦੀਆਂ ਇਕੋਨਮੀਜ਼ ਨੇ, ਮੋਸਟ ਡਿਵੈਲਪਡ ਨੇਸ਼ਨਸ ਮੰਨੀਆਂ ਜਾਂਦੀਆਂ ਨੇ ਵਰਲਡ ਦੇ ਵਿੱਚ। ਡੈਮੋਕ੍ਰੇਸੀ ਪੂਰੀ ਤਰ੍ਹਾਂ ਸਟੇਬਲ ਹੈਗੀ ਆ, ਕਿਸੇ ਤਰ੍ਹਾਂ ਦੀ ਉੱਥੇ ਜਿਹੜੇ ਵਰਲਡ ਇੰਡੈਕਸ ਹੈਗੇ ਆ, ਚਾਹੇ ਉਹ ਇਕਨੋਮੀ ਬਾਰੇ ਆ, ਚਾਹੇ ਉੱਥੇ ਲੈਵਲ ਆਫ ਕਰਪਸ਼ਨ ਬਾਰੇ ਆ, ਚਾਹੇ ਉੱਥੇ ਲੈਵਲ ਆਫ ਗਵਰਨੈਂਸ ਬਾਰੇ ਆ, ਉਹ ਸਾਰਿਆਂ ਦੇ ਵਿੱਚ ਉਹਨਾਂ ਦੀ ਪ੍ਰੋਗਰੈਸਿਵ ਰਿਪੋਰਟ ਆਈ ਆ। ਜਿਹੜਾ ਇੰਡੀਆ ਦੀ ਰਿਲਾਇੰਸ ਸੀਗੀ ਔਨ ਹੈਵੀ ਇੰਡਸਟਰੀਜ਼ ਐਂਡ ਹਾਇਰ ਐਜੂਕੇਸ਼ਨ, ਉਹਦੇ ਵਿੱਚ ਜਿਹੜੇ ਬੇਸਿਕ ਫਾਊਂਡੇਸ਼ਨਸ ਦੇ ਸਟੈਪ ਸੀਗੇ ਉਹ ਮਿਸਿੰਗ ਹੋਣ ਕਰਕੇ ਇੰਡੀਆ ਅੱਜ ਵੀ ਉਹਨਾਂ ਦੀ ਇਕੋਨਮੀ ਜਿਹੜੀ ਆ ਉਹ ਲੜਖੜਾ ਰਹੀ ਆ। ਇੰਡੀਆ ਦਾ ਜਿਹੜਾ ਕਰੰਟ ਡੈਫਿਸਿਟ ਆਇਆ ਚਾਈਨਾ ਦੇ ਨਾਲ, ਫਿਜ਼ੀਕਲ ਡੈਫਿਸਿਟ, ਉਹ 100 ਬਿਲੀਅਨ ਕ੍ਰਾਸ ਕਰ ਚੁੱਕਿਆ, ਜਿਹੜਾ ਕਿ ਹੁਣ ਤੱਕ ਕਦੀ ਵੀ ਨਹੀਂ ਹੋਇਆ। ਇੰਡੀਆ ਦੇ ਨਾਲ 136 ਬਿਲੀਅਨ ਡਾਲਰ ਦਾ ਟ੍ਰੇਡ ਆ ਚਾਈਨਾ ਦੇ ਨਾਲ, ਤੇ ਜਿਹੜਾ ਇਹਨਾਂ ਦਾ ਡੈਫਿਸਿਟ ਆ ਉਹ ਲਗਾਤਾਰ ਵੱਧ ਰਿਹਾ। ਹੁਣ ਇੱਕਦਮ 40 ਬਿਲੀਅਨ ਡਾਲਰ ਦੀ ਉਹਦੇ ਵਿੱਚ ਨਵੀਆਂ ਫਿਗਰਸ ਆਈਆਂ ਨੇ, ਜਿਹਦੇ ਨਾਲ ਕਿ ਉਹ ਵੱਧ ਕੇ ਜਿਹੜਾ ਫਿਜ਼ੀਕਲ ਡੈਫਿਸਿਟ ਆ ਉਹ 100 ਬਿਲੀਅਨ ਡਾਲਰ ਕ੍ਰਾਸ ਕਰ ਗਿਆ।
ਉਹਦੇ ਨਾਲ ਜਿਹੜੀ ਇਕਨੋਮਿਕ ਇਨਸਟੇਬਿਲਿਟੀ ਹੈ ਇੰਡੀਆ ਦੇ ਵਿੱਚ, ਰੁਪਈ ਜਿਹੜਾ ਸਲਾਈਡ ਕਰ ਰਿਹਾ ਹੈਗਾ, ਜਿਹੜੇ ਫੋਰਨ ਰਿਜ਼ਰਵਸ ਨੇ ਉਹ ਬੁਰੀ ਤਰ੍ਹਾਂ ਡਿਕਲਾਈਨ ਦੇ ਵਿੱਚ ਨੇ। ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਜੋ ਅਸ਼ੋਕਾ ਮੋਦੀ ਨੇ ਲਿਖਿਆ ਹੈਗਾ ਕਿ ਜਿਹੜੀ ਇਹ ਪਾਲਿਸੀਜ਼ ਚੱਲੀਆਂ, ਇਹਨਾਂ ਨੂੰ ਕਾਫੀ ਹੱਦ ਤੱਕ ਜਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣੇ, ਪਰ ਉਹਨਾਂ ਦਾ ਪੀਰੀਅਡ ਆਫ ਗਵਰਨੈਂਸ ਜਿਹੜਾ ਸੀ ਉਹ ਬਹੁਤ ਸ਼ਾਰਟ ਸੀਗਾ, ਪਰ ਉਹਨਾਂ ਨੇ ਇਸ ਦੇ ਵਿੱਚ ਤਬਦੀਲੀ ਲਿਆਉਣੀ ਚਾਹੀ ਆ। ਅਕੋਰਡਿੰਗ ਟੂ ਅਸ਼ੋਕਾ ਮੋਦੀ, ਉਹ ਕੰਸੀਡਰ ਕਰਦੇ ਆ ਕਿ ਲਾਲ ਬਹਾਦਰ ਸ਼ਾਸਤਰੀ ਵਾਸ ਵਨ ਆਫ ਦਾ ਮੋਸਟ ਪ੍ਰੋਗਰੈਸਿਵ ਲੀਡਰਸ ਜਿਹੜਾ ਇੰਡੀਅਨ ਮਤਲਬ ਕਿ ਪੋਲਿਟਿਕਸ ਦੇ ਵਿੱਚ ਹੋਇਆ, ਤੇ ਉਹਨਾਂ ਨੂੰ ਉਹ ਵਨ ਆਫ ਦਾ ਬੈਸਟ ਪ੍ਰਾਈਮ ਮਿਨਿਸਟਰ ਮੰਨਦੇ ਨੇ। ਜਦੋਂ ਇੰਦਰਾ ਗਾਂਧੀ ਸੀਨ ਤੇ ਆਈ ਆਫਟਰ ਲਾਲ ਬਹਾਦਰ ਸ਼ਾਸਤਰੀ ਜੀ ਅਨਟਾਈਮਲੀ ਡਿਮਾਈਸ ਇਨ ਜਨਵਰੀ ਆਫ 1967, ਉਸ ਤੋਂ ਬਾਅਦ ਜਿਹੜਾ ਇੰਦਰਾ ਗਾਂਧੀ ਨੇ ਪਹਿਲੇ ਕੁਝ ਸਾਲ ਸਟੇਬਿਲਿਟੀ ਰੱਖੀ, ਉਸ ਤੋਂ ਬਾਅਦ ਜਿਹੜੀਆਂ ਪਾਲਿਸੀ ਸੀਗੀਆਂ ਅਕੋਰਡਿੰਗ ਟੂ ਅਸ਼ੋਕਾ ਮੋਦੀ, ਉਹਨੇ ਕਰੋਨੀਇਜ਼ਮ ਤੇ ਜਿਹੜੀ ਕਰਪਸ਼ਨ ਸੀਗੀ ਉਹਨੂੰ ਲੈਜੀਟਮਾਈਜ਼ ਕਰਤਾ, ਜਿਹੜੀ ਕਿ ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਵੀ ਉਸੇ ਚੀਜ਼ ਨੂੰ ਕੁਝ ਮਹੀਨਿਆਂ ਦਾ ਵਕਫਾ ਛੱਡਣ ਤੋਂ ਬਾਅਦ ਉਹਨਾਂ ਦੀ ਵੀ ਜਿਹੜੀ ਵੇ ਆਫ ਗਵਰਨੈਂਸ ਸੀਗੀ ਉਹਦੇ ਵਿੱਚ ਕਰੋਨੀਇਜ਼ਮ ਜਿਹੜੀ ਸੀ, ਇੱਕ ਜਿਹੜੇ ਸਿਲੈਕਟ ਪੀਪਲ ਦਾ ਜਿਹੜਾ ਇਨਫਲੂਐਂਸ ਸੀਗਾ ਗਵਰਨਮੈਂਟ ਤੇ ਉਹ ਵਧਿਆ, ਤੇ ਉਸ ਨਾਲ ਜਿਹੜਾ ਸੀਗਾ ਕਰਪਸ਼ਨ ਨੂੰ ਵੀ ਇੱਕ ਤਰ੍ਹਾਂ ਨਾਲ ਲੈਜੀਟਮਾਈਜ਼ ਕਰਤਾ। ਉਦੋਂ ਦਾ ਦੇਖ ਲਓ ਬੋਫਰਸ ਦਾ ਜਿਹੜਾ ਕੇਸ ਆ ਉਹ ਕਿੰਨੇ ਵੱਡੇ ਪੱਧਰ ਤੇ ਉਜਾਗਰ ਹੋਇਆ ਸੀ ਕਿ ਕਿਸ ਤਰ੍ਹਾਂ ਗਵਰਨਮੈਂਟ ਦੀ ਆਪ ਤੇ ਗਵਰਨਮੈਂਟ ਦੀ ਮਸ਼ੀਨਰੀ ਕਮਿਸ਼ਨਸ ਦੇ ਵਿੱਚ ਇਨਵੋਲਡ ਆ, ਜਿਹੜਾ ਕਿ ਹੁਣ ਵੀ ਰਾਫੇਲ ਜਿਹੜੀ ਇਹ ਡੀਲ ਹੋਈ ਆ ਫਰਾਂਸ ਨਾਲ, ਉਹਦੇ ਵਿੱਚ ਵੀ ਇਹ ਕਮਿਸ਼ਨ ਦਾ ਇਸ਼ੂ ਉੱਠਿਆ ਹੈਗਾ, ਸੁਪਰੀਮ ਕੋਰਟ ਤੱਕ ਵੀ ਗਿਆ, ਪਰ ਇਹ ਕਿਸੇ ਤਾਰ ਪੱਤਰ ਨਹੀਂ ਲੱਗਿਆ। ਸੋ ਅਸ਼ੋਕਾ ਮੋਦੀ ਨੇ ਇਹ ਚੀਜ਼ ਨੂੰ ਬਹੁਤ ਇਨਵੈਸਟੀਗੇਟਿਵ ਤਰੀਕੇ ਨਾਲ ਬਾਰਿਆ ਕਿ ਜਿਹੜੀ ਬਿਗਨਿੰਗ ਸੀਗੀ ਇੰਡੀਆ ਦੀ, ਉਹਦੇ ਵਿੱਚ ਹੀ ਬੇਸਿਕ ਫਲॉ ਸੀਗੇ, ਜਿਹਦੇ ਕਰਕੇ 75 ਸਾਲਾਂ ਤੋਂ ਬਾਅਦ ਵੀ ਇੰਡੀਆ ਇੱਕ ਸਟੇਬਲ ਨੇਸ਼ਨ ਤੇ ਇੱਕ ਸਟੇਬਲ ਇਕਨੋਮੀ ਤੇ ਇੱਕ ਸਟੇਬਲ ਗਵਰਨੈਂਸ ਦਾ ਮਾਡਲ ਨਹੀਂ ਬਣ ਸਕਿਆ। ਔਰ ਇਸੇ ਕਰਕੇ ਹੀ ਜਿੱਦਾਂ ਅੱਜ ਆਪਣੇ ਸਾਹਮਣੇ ਐਗਜ਼ਾਮਪਲ ਹੈਗੀ ਆ ਸਰ ਜੋਸ਼ੀਮਠ ਦੀ, ਕਿਉਂਕਿ ਵੈਲ ਪਲਾਨਡ ਸਿਟੀਜ਼ ਨਹੀਂ ਆ ਆਪਣੀ, ਅਰਬਨਾਈਜੇਸ਼ਨ ਜਿਹੜੀ ਆ ਉਹ ਵੀ ਬਹੁਤ ਵਧੀਆ ਢੰਗ ਨਾਲ ਨਹੀਂ ਕੀਤੀ ਗਈ ਹੈਗੀ, ਔਰ ਜੋਸ਼ੀਮਠ ਧੱਸ ਰਿਹਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਏਦਾਂ ਦੀਆਂ ਪ੍ਰੋਬਲਮਸ ਨੇ ਜਿਵੇਂ ਹਿਊਮਨ ਰਾਈਟਸ ਦੇ ਉੱਤੇ ਸਵਾਲ ਉੱਠਦੇ ਨੇ, ਫਿਰ ਉਹਨੂੰ ਤੁਸੀਂ ਇਹਦੇ ਵਿੱਚ ਜੋੜ ਕੇ ਕਿਵੇਂ ਦੇਖਦੇ ਹੋ? ਜਿਹੜਾ ਨਾ ਮੈਂ ਅੱਗੇ ਕੰਟੀਨਿਊ ਕਰਦਾ ਅਸ਼ੋਕਾ ਮੋਦੀ ਦਾ, ਹੁਣ ਜਿਹੜੀ ਹਿਊਮਨ ਰਾਈਟਸ ਵਾਚ ਦੀ ਨਵੀਂ ਰਿਪੋਰਟ ਆਈ ਹੈ ਐਨੂਅਲ, ਉਹ ਦਸੰਬਰ ਦੇ ਵਿੱਚ ਰਿਲੀਜ਼ ਹੋਈ ਆ। ਉਹਦੇ ਵਿੱਚ ਹਿਊਮਨ ਰਾਈਟਸ ਵਾਚ ਨੇ ਕੁਐਸਚਨ ਕੀਤਾ ਹੈਗਾ ਵੈਸਟਰਨ ਨੇਸ਼ਨਸ ਨੂੰ ਕਿ ਤੁਸੀਂ ਆਪਣੀ ਪਾਲਿਸੀ ਦੇ ਵਿੱਚ ਤਬਦੀਲੀ ਨਾ ਲਿਆਇਓ ਜਿਹਦੇ ਨਾਲ ਕਿ ਤੁਸੀਂ ਚਾਈਨਾ ਤੋਂ ਜਿਹੜਾ ਉੱਥੇ ਮੈਨੂਫੈਕਚਰਿੰਗ ਹੁੰਦੀ ਹੈਗੀ ਆ ਉਹਨੂੰ ਇੰਡੀਆ ਵੱਲ ਨਾ ਲੈ ਕੇ ਆਇਓ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਵੇ ਆਫ ਗਵਰਨੈਂਸ ਆ ਇਟ ਇਜ਼ ਫੁੱਲ ਆਫ ਫਲॉस। ਇੱਥੇ ਹਿਊਮਨ ਰਾਈਟਸ ਵਾਇਲੇਸ਼ਨ ਦੇ ਬਹੁਤ ਵੱਡੇ ਪੱਧਰ ਤੇ ਇਸ਼ੂ ਨੇ। ਇਸੇ ਤਰ੍ਹਾਂ ਇੱਥੇ ਜਿਹੜੀ ਹੈਗੀ ਆ ਸਿਵਿਕ ਸੁਸਾਇਟੀ ਨੂੰ ਬੜੀ ਬੁਰੀ ਤਰ੍ਹਾਂ ਦਬਾਇਆ ਜਾ ਰਿਹਾ, ਤੇ ਜਿਹੜੇ ਹੋਰ ਐਕਟਿਵਿਸਟ ਨੇ ਜਾਂ ਦੂਸਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕੰਸਰਨਡ ਨੇ ਹਿਊਮਨ ਰਾਈਟਸ ਪ੍ਰਤੀ, ਚਾਹੇ ਉਹ ਐਮਨੈਸਟੀ ਇੰਟਰਨੈਸ਼ਨਲ ਆ, ਚਾਹੇ ਆਕਸਫਾਮ ਆ, ਚਾਹੇ ਹੋਰ ਦੂਸਰੀਆਂ ਆਰਗੇਨਾਈਜੇਸ਼ਨਸ ਨੇ, ਉਹਨਾਂ ਤੇ ਬੜਾ ਬੁਰੀ ਤਰ੍ਹਾਂ FCRA ਕਾਨੂੰਨ ਦੇ ਰਾਹੀਂ ਉਹਨਾਂ ਤੇ ਟੈਕਸ ਰੇਡਸ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਦਫ਼ਤਰਸ ਨੂੰ ਸੀਲ ਕੀਤਾ ਜਾ ਰਿਹਾ ਤਾਂ ਕਿ ਉਹ ਆਪਣੇ ਆਪਰੇਸ਼ਨਸ ਇੰਡੀਆ ਦੇ ਵਿੱਚ ਜਾਰੀ ਨਾ ਰੱਖ ਸਕਣ, ਕਿਉਂਕਿ ਉਹਨਾਂ ਦੇ ਰਾਹੀਂ ਹੀ ਜਿਹੜੀ ਇੰਡੀਆ ਦੀ ਤਸਵੀਰ ਆ ਉਹ ਵਰਲਡ ਸਟੇਜ ਤੇ ਜਾਂਦੀ ਆ ਕਿ ਇੱਥੇ ਕਿੰਨੇ ਵੱਡੇ ਪੱਧਰ ਤੇ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ, ਸਿਵਿਕ ਸੁਸਾਇਟੀ ਨੂੰ ਕਿਸ ਤਰ੍ਹਾਂ ਸਟਿਫਲ ਕੀਤਾ ਜਾ ਰਿਹਾ, ਤੇ ਜਿਹੜੀਆਂ ਆਰਗੇਨਾਈਜੇਸ਼ਨ ਇਸ ਫੀਲਡ ਵਿੱਚ ਕੰਮ ਕਰਦੀਆਂ ਨੇ ਉਹਨਾਂ ਕਿਸ ਤਰ੍ਹਾਂ ਜਿਹੜੀਆਂ ਐਨਫੋਰਸਮੈਂਟ ਇਹਨਾਂ ਦੀਆਂ ਏਜੰਸੀਜ਼ ਨੇ ਉਹਨਾਂ ਦੇ ਰਾਹੀਂ ਉਹਨਾਂ ਨੂੰ ਅਨਡਿਊਲੀ ਹਰਾਸ ਕੀਤਾ ਜਾ ਰਿਹਾ ਤਾਂ ਕਿ ਉਹ ਆਪਣੇ ਆਪਰੇਸ਼ਨਸ ਇੰਡੀਆ ਦੇ ਵਿੱਚ ਸਕਸੈਸਫੁਲੀ ਰਨ ਨਾ ਕਰ ਸਕਣ। ਇਹ ਜ਼ਿਆਦਾ ਜਿਹੜਾ ਵਰਤਾਰਾ ਹੈਗਾ 2014 ਤੋਂ ਬਾਅਦ ਇਹ ਜ਼ਿਆਦਾ ਵੱਡੇ ਪੱਧਰ ਤੇ ਆਇਆ ਹੈਗਾ। ਇਸ ਕਰਕੇ ਹਿਊਮਨ ਰਾਈਟਸ ਵਾਚ ਨੇ ਆਪਣੀ ਰਿਪੋਰਟ ਦੇ ਵਿੱਚ ਵੈਸਟਰਨ ਨੇਸ਼ਨਸ ਨੂੰ ਕਿਹਾ ਹੈਗਾ ਕਿ ਤੁਸੀਂ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਕਿ ਤੁਸੀਂ ਸ਼ਿਫਟ ਨਾ ਕਰਿਓ ਆਪਣੀ ਸਪਲਾਈ ਚੇਨ
ਫਰਮ ਚਾਈਨਾ ਟੂ ਇੰਡੀਆ, ਕਿਉਂਕਿ ਜਿਹੜੀ ਇੱਥੇ ਸਿਵਿਕ ਸਪੇਸ ਹੈਗੀ ਆ ਉਹ ਬਹੁਤ ਸ਼ਰਿੰਕਡ ਆ। ਇਸੇ ਤਰ੍ਹਾਂ ਹੁਣ ਥਰਸਡੇ ਨੂੰ ਜਿਹੜੇ ਯੂਨਾਈਟਿਡ ਸਟੇਟਸ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਡੋਨਲਡ ਲੂ ਫॉर ਸਾਊਥ ਐਂਡ ਸੈਂਟਰਲ ਏਸ਼ੀਆ, ਉਹ ਆਪਣੇ 2 ਦਿਨਾਂ ਦੇ ਟੂਰ ਤੇ ਆਏ ਨੇ। ਉਹਨਾਂ ਦੀ ਜਿਹੜੀ ਹੈਗੀ ਆ ਮੀਟਿੰਗਸ ਨੇ ਇੰਡੀਅਨ ਹਾਇਰ ਆਫੀਸ਼ੀਅਲਸ ਦੇ ਨਾਲ, ਫੋਰਨ ਮਿਨਿਸਟਰ ਦੇ ਨਾਲ, ਈਵਨ ਪ੍ਰਾਈਮ ਮਿਨਿਸਟਰ ਇੰਡੀਆ ਦੇ ਨਾਲ। ਉਹਦੇ ਵਿੱਚ ਜਿਹੜਾ ਉਹਨਾਂ ਨੇ ਇਸ਼ੂ ਮੇਨ ਤੌਰ ਤੇ ਉਠਾਉਣਾ ਉਹ ਹੈਗਾ ਹਿਊਮਨ ਰਾਈਟਸ ਵਾਇਲੇਸ਼ਨਸ ਐਂਡ ਰਿਲੀਜੀਅਸ ਫਰੀडम ਦਾ ਜਿਹੜਾ ਇਸ਼ੂ ਆ, ਉਸ ਬਾਰੇ ਉਹ ਆਪਣੀ ਚਰਚਾ ਦੇ ਵਿੱਚ ਇਸ 2 ਮੁੱਦਿਆਂ ਦਾ ਖਾਸ ਜ਼ਿਕਰ ਕਰਨਗੇ। ਜਿੱਥੋਂ ਤੱਕ ਹੈਗਾ ਜੋਸ਼ੀਮਠ ਦਾ ਸਵਾਲ, ਪਿਛਲੇ 12 ਦਿਨਾਂ 'ਚ 5.34 ਸੈਂਟੀਮੀਟਰ ਜਿਹੜਾ ਹੈਗਾ ਉਹ ਥੱਲੇ ਸਿੰਕ ਕਰ ਗਿਆ ਜੋਸ਼ੀਮਠ। ਜੋਸ਼ੀਮਠ ਪਿਛਲੇ ਕੁਝ ਸਾਲਾਂ ਤੋਂ ਇਹਨਾਂ ਦੀ ਜਿਹੜੀ 4 ਧਾਮ ਪ੍ਰੋਜੈਕਟ ਹੈਗਾ ਇੰਡੀਅਨ ਗਵਰਨਮੈਂਟ ਦਾ, ਤੇ ਇੱਕ ਉਹ ਟੂਰਿਸਟ ਹੱਬ ਵਜੋਂ ਉੱਭਰਿਆ ਹੈਗਾ। ਉੱਥੇ ਬੜੀ ਇਲ ਪਲਾਨ ਕੰਸਟਰਕਸ਼ਨ ਹੋਈ ਹੈਗੀ। ਬੜਾ ਛੋਟਾ ਜਿਹਾ ਸ਼ਹਿਰ ਆ ਉਹ, 23,000 ਉੱਥੋਂ ਦੀ ਪਾਪੂਲੇਸ਼ਨ ਹੈਗੀ ਆ। ਪਰ ਹੁਣ ਲੇਟਲੀ ਪਿਛਲੇ ਕੁਝ ਦਿਨਾਂ ਤੋਂ ਉੱਥੋਂ ਦੇ ਹੋਟਲਸ ਦੇ ਵਿੱਚ, ਉੱਥੇ ਘਰਾਂ ਦੇ ਵਿੱਚ 4 ਕੇ 5 ਉਹਨਾਂ ਦੀਆਂ ਬਲਾਕਸ ਨੇ ਜੋਸ਼ੀਮਠ ਦੇ ਵਿੱਚ, ਜਿੱਥੇ ਕਿ ਪਾਪੂਲੇਸ਼ਨ ਨੂੰ ਉੱਥੋਂ ਮੂਵ ਕਰਨਾ ਪਿਆ ਕਿਉਂਕਿ ਜਿਹੜੀਆਂ ਸੀਲਿੰਗਸ ਕਰੈਕ ਅਪ ਕਰ ਰਹੀਆਂ ਨੇ। ਜਿਹੜੀ ਥੱਲੇ ਸਪੇਸ ਹੈਗੀ ਆ ਗਰਾਊਂਡ, ਉਹਦੇ ਵਿੱਚ ਤਰੇੜਾਂ ਆਉਣ ਕਰਕੇ ਉਹ ਥੱਲੇ ਨੂੰ ਝੁਕ ਰਿਹਾ ਹੈਗਾ, ਥੱਲੇ ਨੂੰ ਦਬ ਰਿਹਾ। ਉਹਨੂੰ ਕਹਿੰਦੇ ਆ ਕਿ ਲੈਂਡ ਦੀ ਜਿਹੜੀ ਸਬਸੀਡੈਂਸ ਹੋ ਰਹੀ ਆ। ਇਹਦਾ ਹੈਗਾ ਕਿ ਵਰਟੀਕਲ ਐਂਗਲ ਦੇ ਵਿੱਚ ਲੈਂਡ ਥੱਲੇ ਨੂੰ ਮਤਲਬ ਕਿ ਧੱਸ ਰਿਹਾ। ਇਹਦੇ ਬਾਰੇ ਮਿਸ਼ਰਾ ਕਮੇਟੀ ਦੀ ਰਿਪੋਰਟ ਬਣੀ ਸੀਗੀ 1976 ਦੇ ਵਿੱਚ। ਉਦੋਂ ਉਹਨਾਂ ਨੇ ਵਾਰਨ ਕੀਤਾ ਸੀ ਆਪਣੀ ਕਮੇਟੀ ਦੀ ਰਿਪੋਰਟ ਵਿੱਚ ਕਿ ਇੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਨਾ ਕੀਤੀ ਜਾਵੇ, ਤੇ ਜਿਹੜਾ ਉੱਥੇ ਡੈਮ ਪ੍ਰੋਜੈਕਟ ਚੱਲ ਰਿਹਾ ਸੀ ਉਸ ਨੂੰ ਬਿਲਕੁਲ ਕਟਲ ਕਰ ਦਿੱਤਾ ਜਾਵੇ, ਰੋਕ ਦਿੱਤਾ ਜਾਵੇ। ਪਰ ਮਿਸ਼ਰਾ ਕਮੇਟੀ ਦੀਆਂ ਕੁਝ ਸਾਲ ਤੱਕ ਰਿਪੋਰਟ ਉਹ ਲਾਗੂ ਰਹੀ। ਉਸ ਤੋਂ ਬਾਅਦ ਉਹਨੂੰ ਓਵਰਲੁੱਕ ਕਰ ਦਿੱਤਾ ਗਿਆ। 2009 ਦੇ ਵਿੱਚ ਇੱਕ ਡੈਮ ਦਾ ਬੜਾ ਵੱਡੇ ਪੱਧਰ ਤੇ ਉੱਥੇ ਪ੍ਰੋਜੈਕਟ ਬਣਿਆ, ਜਿਹਦੇ ਵਿੱਚ ਜਿਹੜਾ ਸੀਗਾ ਕਿ ਉਹਦੇ ਨਾਲ ਇਕੋਲੋਜੀਕਲ ਜਿਹੜਾ ਬੈਲੈਂਸ ਸੀਗਾ ਉਹਦੇ ਵਿੱਚ ਕਾਫੀ ਵੱਡੀਆਂ ਤਰੇੜਾਂ ਆ ਗਈਆਂ, ਉਹਦੇ ਵਿੱਚ ਫਲॉज ਆ ਗਏ। ਨੇਚਰ ਦਾ ਜਿਹੜਾ ਬੈਲੈਂਸ ਸੀਗਾ ਮਤਲਬ ਕਿ ਉੱਥੇ ਲੋਕਲੀ ਉਹਦੇ ਵਿੱਚ ਕਾਫੀ ਵੱਡਾ ਵਿਗਾੜ ਆਇਆ, ਜਿਹਦੇ ਕਰਕੇ ਇਹ 50 ਸਾਲ ਪਹਿਲੇ ਵੀ ਇਹ ਇਸ਼ੂ ਜੋਸ਼ੀਮਠ ਵਿੱਚ ਉੱਠਿਆ ਸੀਗਾ। ਫਿਰ ਇਹ 2021 ਅਕਤੂਬਰ ਦੇ ਵਿੱਚ ਇਸ ਤਰ੍ਹਾਂ ਦੀਆਂ ਸੀਲਿੰਗਸ ਦੇ ਵਿੱਚ ਕਰੈਕਸ ਦੇਖੇ ਗਏ ਸੀ, ਪਰ ਉਹਨੂੰ ਸਮਹਾਉ ਗਵਰਨਮੈਂਟ ਨੇ ਆਪਣੀ ਨੈਗਲੀਜੈਂਸ ਨਾਲ ਉਸ ਨੂੰ ਓਵਰਲੁੱਕ ਕਰਤਾ। ਪਰ ਹੁਣ ਜਦੋਂ ਮਤਲਬ ਕਿ ਸਾਹਮਣੇ ਆਇਆ ਹੈਗਾ, ਵਾਈਡ ਸਪਰੈਡ ਡੈਮੇਜ ਆਇਆ ਹੈਗਾ ਉੱਥੋਂ ਦੇ ਇਕੋਲੋਜੀਕਲ ਬੈਲੈਂਸ ਦੇ ਵਿੱਚ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੈਕਲੋਇਡਗੰਜ ਤੇ ਜਿਹੜੀ ਧਰਮਸ਼ਾਲਾ ਦੀ ਰੋਡ ਆ ਮੇਨ, ਉਹ ਵੀ ਥੱਲੇ ਧੱਸ ਗਈ ਆ, ਉਹਦੇ ਚ ਕਰੈਕਸ ਆ ਗਿਆ। ਤੇ ਜਿਹੜਾ ਮੈਕਲੋਇਡਗੰਜ ਦਾ ਮੇਨ ਬਾਜ਼ਾਰ ਆ ਉਹਦੇ ਸੀਲਿੰਗਸ ਦੇ ਵਿੱਚ, ਉੱਥੋਂ ਦੇ ਹੋਟਲਸ ਦੇ ਵਿੱਚ ਜਿਹੜੀਆਂ ਵਾਲਸ ਨੇ, ਭਾਵੇਂ ਛੱਤਾਂ ਨੇ, ਰੂਫਸ ਨੇ, ਉਹਨਾਂ ਵਿੱਚ ਸਾਰੇ ਥਾਂ ਤੇ ਵੱਡੇ ਕਰੈਕਸ ਆ ਗਿਆ, ਜਿਹੜਾ ਕਿ ਅਨਲਿਵੇਬਲ ਹੋ ਗਿਆ ਹੈਗਾ ਤੇ ਲੋਕਾਂ ਨੂੰ ਮੂਵ ਕੀਤਾ ਜਾ ਰਿਹਾ, ਜਿਸ ਤਰ੍ਹਾਂ ਜੋਸ਼ੀਮਠ ਦੇ ਵਿੱਚ ਮੂਵ ਕੀਤਾ ਗਿਆ ਲੋਕਾਂ ਨੂੰ। ਉੱਥੇ ਜਿਹੜਾ ਇੱਕ 4 ਧਾਮ ਪ੍ਰੋਜੈਕਟ ਦੇ ਥੱਲੇ ਜੋਸ਼ੀਮਠ ਵਿੱਚ ਇੱਕ ਬਹੁਤ ਵੱਡੀ ਸੜਕ ਬਣ ਰਹੀ ਹੈ, ਜਿਹਦੇ ਨਾਲ ਇਹਨਾਂ ਦੇ ਜਿਹੜੇ ਰਿਲੀਜੀਅਸ ਪਲੇਸਿਸ ਨੇ, ਚਾਹੇ ਉਹ ਸਿੱਖਸ ਦੇ ਨਾਲ ਐਸੋਸੀਏਟਡ ਨੇ, ਹੇਮਕੁੰਡ ਚਾਹੇ ਬਦਰੀਨਾਥ ਆ, ਉਸ ਨੂੰ ਬੜਾ ਇੰਟਰਕਨੈਕਟ ਕਰਨ ਲਈ ਚੰਗੀਆਂ ਸੜਕਾਂ ਬਣਾਉਣ ਕਰਕੇ ਉੱਥੇ ਜਿਹੜਾ ਹੈਗਾ ਇਕੋਲੋਜੀਕਲ ਬੈਲੈਂਸ ਨੂੰ ਓਵਰਲੁੱਕ ਕੀਤਾ ਗਿਆ। ਉਹਦੇ ਕਰਕੇ ਹੁਣ ਸਾਰੀ ਕੰਸਟਰਕਸ਼ਨ ਤੇ ਸਾਰੀ ਉੱਥੇ ਰੋਡ ਪ੍ਰੋਜੈਕਟ, ਈਵਨ ਜਿਹੜਾ ਡੈਮ ਦਾ ਪ੍ਰੋਜੈਕਟ 2009 ਤੋਂ ਚੱਲ ਰਿਹਾ, ਉਹ ਸਾਰੇ ਤੇ ਰੋਕ ਲਾਤੀ ਆ। ਤੇ ਜਿਹੜੇ ਕੁਝ ਹੋਟਲ ਜਿਹੜੇ ਨੇ, ਜਿਹੜੇ ਸਵੇਅਰਲੀ ਡੈਮੇਜ ਹੋਏ ਨੇ, ਉਹਨਾਂ ਨੂੰ ਢਾਇਆ ਜਾ ਰਿਹਾ। ਜੀ ਸਰ, ਆਪਾਂ ਪੰਜਾਬ ਵੱਲ ਨੂੰ ਮੁੜਦੇ ਹਾਂ ਜੀ। ਪੰਜਾਬ ਦੇ ਵਿੱਚ ਗੱਲ ਤਾਂ ਵੈਸੇ ਭਾਰਤੀ ਲੈਵਲ ਦੇ ਉੱਤੇ ਹੀ ਇਹ ਜੁੜੀ ਹੋਈ ਹੈ ਕਿ ਜਿੱਥੇ ਦਸਤਾਰ ਹੁੰਦੀ ਆ ਉੱਥੇ ਦਸਤਾਰ ਦੇ ਨਾਲ ਹੈਲਮਟ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ, ਨਾ ਹੀ ਟ੍ਰੈਫਿਕ ਨਿਯਮਾਂ ਦੇ ਵਿੱਚ ਕਿਤੇ ਏਦਾਂ ਦਾ ਕੋਈ ਇੱਕ ਐਗਜ਼ੈਂਪਸ਼ਨ ਜਿਹੜੀ ਆ ਉਹ ਦਿੱਤੀ ਗਈ ਹੈ। ਇਸੇ ਤਰ੍ਹਾਂ ਆਰਮੀ ਦੇ ਵਿੱਚ ਵੀ ਫਰੋਮ ਦਾ ਬ੍ਰਿਟਿਸ਼ ਏਰਾ। ਲੇਕਿਨ ਹੁਣ ਇਹ ਜਿਹੜੀ ਗੱਲਬਾਤ ਦੁਬਾਰਾ ਚੱਲੀ ਹੈ ਸਰ, ਹੈਲਮਟ ਔਰ ਟਰਬਨ ਦੀ, ਮੈਂ ਚਾਹੁੰਦੀ ਹਾਂ ਇਹਦੇ ਤੇ ਆਪਾਂ ਕੁਛ ਮਿੰਟ ਤੁਹਾਡੇ ਤੋਂ
ਤੁਹਾਡੇ ਵਿਚਾਰ ਲਈਏ ਔਰ ਉਸ ਤੋਂ ਬਾਅਦ ਮੈਂ ਪੰਜਾਬ ਸਰਕਾਰ ਤੇ ਆਉਣਾ ਚਾਹੁੰਦੀ ਹਾਂ ਜੀ, ਪੰਜਾਬ ਸਰਕਾਰ ਦੀ ਕਾਰਵਾਈ ਤੇ। ਪਹਿਲਾਂ ਹੈਲਮਟ ਔਰ ਸਿੱਖ ਦਾ ਰੌਲਾ ਦੁਬਾਰਾ ਸ਼ੁਰੂ ਹੋਇਆ ਜੀ। ਨਹੀਂ, ਇਹਨੂੰ ਕਨਫਲਿਕਟ ਵਜੋਂ ਨਾ ਦੇਖਿਆ ਜਾਵੇ। ਇੰਡੀਅਨ ਗਵਰਨਮੈਂਟ ਦੀਆਂ ਇੰਟੈਂਸ਼ਨਸ ਤੇ ਹਮੇਸ਼ਾ ਸ਼ੱਕ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਸੇਫਟੀ ਮੇਜਰਸ ਨੂੰ ਰੱਖ ਕੇ ਅੱਜ ਦੇ ਯੁੱਗ ਵਿੱਚ ਜਦੋਂ ਲੀਥਲ ਵੈਪਨਸ ਨੇ ਉਹਦੀ ਇੱਕ ਆਪਣਾ ਰੱਖ ਕੇ ਉਹਦੇ ਕੰਸਰਨਸ ਉਹਨਾਂ ਨੇ 12,000 ਹੈਲਮਟਸ ਆਰਡਰ ਕੀਤੀਆਂ ਨੇ, ਜਿਹੜੀਆਂ ਕਿ ਬਹੁਤ ਸਪੈਸ਼ਲਾਈਜ਼ਡ ਹੈਲਮਟਸ ਨੇ। ਉਹ ਹੁਣ ਉਹਨਾਂ ਦੀ ਕਿਸ ਤਰ੍ਹਾਂ ਪ੍ਰਕਿਰਿਆ ਉਹ ਲਾਗੂ ਕਰਨਾ ਚਾਹੁੰਦੇ ਨੇ, ਉਹਦੇ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਈਵਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਚਿੱਠੀ ਲਿਖੀ ਆ ਯੂਨੀਅਨ ਗਵਰਨਮੈਂਟ ਨੂੰ ਕਿ ਇਹਦੇ ਤੇ ਦੁਬਾਰਾ ਓਵਰਲੋਕ ਕੀਤਾ ਜਾਵੇ ਕਿ ਇਹ ਅਕੋਰਡਿੰਗ ਟੂ ਸਿੱਖ ਮਰਿਆਦਾ ਇਹ ਮੇਲ ਨਹੀਂ ਖਾਂਦਾ ਸਿੱਖਾਂ ਦੇ ਵੀ ਟਰਬਨ ਦੀ ਵਜ੍ਹਾ ਤੇ ਮਤਲਬ ਕਿ ਹੈਲਮਟ ਪਾਈ ਜਾਵੇ। ਪਰ ਇਸ ਤੋਂ ਪਹਿਲੇ ਜੇ ਆਪਾਂ ਪਿੱਛੇ ਨਜ਼ਰ ਮਾਰੀਏ ਤਾਂ ਜਦੋਂ ਜਨਰਲ ਹਰੀ ਸਿੰਘ ਨਲਵੇ ਹੁਣੀ ਲੜਦੇ ਰਹੇ ਆ ਤਾਂ ਉਦੋਂ ਵੀ ਆਪਣੇ ਦਸਤਾਰ ਦੇ ਨਾਲ ਉਹ ਲੋਹ ਟੋਪ ਰੱਖਦੇ ਸੀ। ਉਹਦੇ ਵਿੱਚ ਲੋਹਿਆਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਵਰਤੋਂ ਹੁੰਦੀ ਸੀ ਫॉर ਪ੍ਰੋਟੈਕਸ਼ਨ, ਫॉर ਸੈਲਫ ਪ੍ਰੋਟੈਕਸ਼ਨ। ਜੇ ਅੱਜ ਦੇ ਯੁੱਗ ਵਿੱਚ ਇਹਨਾਂ ਨੂੰ ਜਦੋਂ 에ਅਰ ਫੋਰਸ ਦੇ ਵਿੱਚ ਜਿਹੜੇ ਸਿੱਖ ਪਾਇਲਟਸ ਨੇ ਉਹ ਜਦੋਂ ਫਲਾਈ ਕਰਦੇ ਨੇ ਤਾਂ ਉਹ ਪੱਗ ਦੀ ਬਜਾਏ ਪਟਕਾ ਬੰਨ੍ਹਦੇ ਨੇ ਤਾਂ ਕਿ ਉਹਦੇ ਉੱਤੋਂ ਦੀ ਹੈਲਮਟ ਪਾਈ ਜਾ ਸਕੇ। ਅਦਰਵਾਈਜ਼ ਉਹ ਕਹਿੰਦੇ ਕਿ ਜਿਹੜੀਆਂ ਸਿਗਨਲਸ ਨੇ ਕਈ ਵਾਰੀ ਜਿਹੜੇ ਬਹੁਤ ਬਰੀਕੀ ਨਾਲ ਸਮਝਣੇ ਪੈਂਦੇ ਆ ਤੇ ਸੁਣਨੇ ਪੈਂਦੇ ਆ, ਉਹਦੇ ਵਿੱਚ ਰੁਕਾਵਟ ਆ ਜਾਂਦੀ ਆ ਜੇ ਟਰਬਨ ਬੰਨੀ ਹੋਵੇ ਤਾਂ। ਸੋ ਇਸ ਚੀਜ਼ ਨੂੰ ਵਿਚਾਰਨਾ ਚਾਹੀਦਾ। ਮੇਰਾ ਖਿਆਲ ਜਿਹੜੇ ਕੋਈ ਇਸ ਚੀਜ਼ ਬਾਰੇ ਸਮਝ ਰੱਖਦੇ ਨੇ ਟੈਕਨੀਕਲ, ਉਹਨਾਂ ਦੀ ਸਲਾਹ ਲੈਣੀ ਚਾਹੀਦੀ ਆ ਤੇ ਇਸ ਨੂੰ ਇੱਕ ਕੰਸਲਟੇਸ਼ਨ ਦੇ ਰਾਹੀਂ ਫਿਰ ਕੋਈ ਇਸ ਬਾਰੇ ਪਾਲਿਸੀ ਬਣਨੀ ਚਾਹੀਦੀ ਆ। ਇਸ ਤਰ੍ਹਾਂ ਨਹੀਂ ਕਿ ਹਰ ਥਾਂ ਤੇ ਮਰਿਆਦਾ ਦਾ ਰੌਲਾ ਪਾ ਕੇ ਤੁਸੀਂ ਆਪਣੇ ਜਵਾਨਾਂ ਦੀ ਸੇਫਟੀ ਦੇ ਜਿਹੜੇ ਕੰਸਰਨਸ ਆ ਉਹਨਾਂ ਨੂੰ ਨੈਗਲੈਕਟ ਕਰ ਦਿੱਤਾ ਜਾਵੇ। ਕਿਉਂਕਿ ਹੁਣ ਜਿਹੜੇ ਸਿੱਖ ਸੋਲਜਰਸ ਨੇ ਉਹ ਦੂਸਰੀਆਂ ਵੈਸਟਰਨ ਨੇਸ਼ਨਸ ਦੇ ਵਿੱਚ ਵੀ ਫੌਜ ਦੇ ਵਿੱਚ ਭਰਤੀ ਨੇ ਵਿਦ ਟਰਬਨ, ਚਾਹੇ ਉਹ US ਮਰੀਨਸ ਨੇ, ਚਾਹੇ ਕੈਨੇਡਾ ਦੇ ਵਿੱਚ ਹੈਗਾ ਤੇ ਚਾਹੇ ਹੋਰ ਵੈਸਟਰਨ ਨੇਸ਼ਨਸ ਦੇ ਵਿੱਚ। ਜੀ, ਕੁਝ ਦਿਨ ਪਹਿਲਾਂ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹਨ ਨੂੰ ਮਿਲੀ ਸੀ ਜਿੱਥੇ ਇੱਕ ਕੈਨੇਡਾ ਦੇ ਵਿੱਚ ਰਹਿੰਦੇ ਪਰਿਵਾਰ ਵੱਲੋਂ ਇੱਕ ਔਰਤ ਵੱਲੋਂ ਸਾਈਕਲਿੰਗ ਕਰਨ ਦੇ ਲਈ ਇੱਕ ਹੈਲਮਟ ਸਰਦਾਰਾਂ ਦੇ ਲਈ ਵੀ ਅਲੋਂਗ ਵਿਦ ਪਟਕਾ ਜਿਹੜਾ ਉਹ ਹੈਲਮਟ ਆਪਣਾ ਪਾਰਟਿਕੂਲਰ ਉਹਨੇ ਡਿਜ਼ਾਈਨ ਕੀਤਾ ਸੀ ਤਾਂ ਉਹਦੇ ਤੇ ਪੰਜਾਬੀ ਬਹੁਤ ਖੁਸ਼ ਹੋਈ ਸੀ। ਪਰ ਜਦੋਂ ਇਹ ਹੈਲਮਟ ਦੀ ਗੱਲ ਇੱਕ ਯੂਨੀਫਾਰਮ ਦੇ ਵਿੱਚ ਪ੍ਰੋਟੈਕਸ਼ਨ ਲਈ ਆਉਂਦੀ ਹੈ ਤਾਂ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਬਹੁਤ ਸਖਤ ਸਟੈਂਡ ਆਇਆ ਸਰ। ਮੈਂ ਹੁਣ ਅੱਗੇ ਵਧਣਾ ਚਾਹਾਂਗੀ ਪੰਜਾਬ ਦੇ ਮਸਲਿਆਂ ਦੇ ਉੱਤੇ। ਪੰਜਾਬ ਦੇ ਵਿੱਚ ਜਿਹੜੇ PCS ਨੇ IAS ਆਫੀਸਰ ਆ ਉਹਨਾਂ ਵੱਲੋਂ ਇੱਕ ਦਬਕਾ ਜਿਹਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਬਹੁਤ ਸਖਤ ਸਟੈਂਡ ਲਿਆ। ਇਹਦੇ ਨਾਲ ਹੁਣ ਅੱਗੇ ਤੁਸੀਂ ਭਗਵੰਤ ਮਾਨ ਜੀ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਇਹ ਐਡਾ ਸਖਤ ਸਟੈਂਡ ਵੈਸੇ ਇਮੇਜਿਨ ਨਹੀਂ ਸੀ ਕੀਤਾ, ਇਸ ਕਰਕੇ ਇਟ ਟੁਕ ਐਵਰੀਬਾਡੀ ਬਾਈ ਸਰਪ੍ਰਾਈਜ਼। ਸੋ ਤੁਸੀਂ ਕਿਵੇਂ ਦੇਖਦੇ ਹੋ ਜੀ ਪੰਜਾਬ ਸਰਕਾਰ ਦੀਆਂ ਕਾਰਵਾਈਆਂ ਨੂੰ? ਇਹ ਜਿਹੜਾ ਇਸ਼ੂ ਉੱਠਿਆ ਨਾ ਇਹਦੇ ਰਾਹੀਂ ਜਿਹੜਾ ਸਰਫੇਸ ਤੇ ਪਿਕਚਰ ਆਈ ਉਹ ਲੱਗਿਆ ਕਿ ਜਿਹੜੀ IAS ਤੇ PCS ਲੌਬੀ ਆ ਉਹਨਾਂ ਨੇ ਗਵਰਨਮੈਂਟ ਨੂੰ ਐਟ ਰੈਂਸਮ ਹੋਲਡ ਅਪ ਕੀਤਾ ਹੈਗਾ। ਕਿਉਂਕਿ ਜਿਹੜੇ ਸਰਟਨ ਹੁਣ ਜਿਹੜੀ ਕਰਪਸ਼ਨ ਦੀ ਡਰਾਈਵ ਚੱਲ ਰਹੀ ਆ ਉਹਦੇ ਵਿੱਚ ਇੱਕ PCS ਆਫੀਸਰ ਨੂੰ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ ਜਿਹਦੇ ਪ੍ਰਤੀ ਜੋ ਵਿਜੀਲੈਂਸ ਡਿਪਾਰਟਮੈਂਟ ਆ ਉਹ ਕਹਿ ਰਿਹਾ ਕਿ ਉਹਨਾਂ ਕੋਲੇ ਪੁਖਤਾ ਸਬੂਤ ਨੇ ਕਿ ਉਹ ਕਰਪਸ਼ਨ ਦੇ ਵਿੱਚ ਉਹਦੀ ਇਨਵੋਲਵਮੈਂਟ ਆ। ਇਸੇ ਤਰ੍ਹਾਂ ਜਿਹੜਾ ਇੰਡਸਟਰੀਅਲ ਮਹਿਕਮੇ ਦੇ ਪਲਾਟਸ ਦਾ ਇਸ਼ੂ ਚੱਲ ਰਿਹਾ ਮੋਹਾਲੀ 'ਚ, ਉਹਦੇ ਬਾਰੇ ਵੀ ਕੁਝ ਇਰੈਗੂਲੈਰਿਟੀ ਸਾਹਮਣੇ ਆਈਆਂ ਨੇ ਜਿਹਦੇ ਕਰਕੇ SP ਸਿੰਘ ਜਿਹੜੇ ਉੱਥੋਂ ਦੇ ਡਾਇਰੈਕਟਰ ਰਹੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਪਰ ਇਹ ਵੀ ਉਹਨਾਂ ਦੇ ਅਰੈਸਟ ਦੇ ਤਰੀਕੇ ਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਕਿਉਂਕਿ ਉਹ ਆਪਣੇ ਫਾਦਰ ਦੀ ਫਿਊਨਰਲ ਜਿਹੜੀਆਂ ਲਾਸਟ ਰਾਈਟ ਸੀ ਉਹਦੇ ਵਿੱਚ ਉਹ ਪਾਰਟਿਸਿਪੇਟ ਕਰ ਰਹੇ ਸੀ। ਪਰ ਇਹ ਵੀ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜਿਹੜੇ SP ਸਿੰਘ ਦੇ ਫਾਦਰ ਨੇ NS ਪਰਵਾਨਾ ਜਿਨ੍ਹਾਂ ਦਾ ਹੁਣ ਦੇਹਾਂਤ ਹੋ ਚੁੱਕਿਆ, ਉਹਨਾਂ ਦਾ ਬੜਾ ਚੈਕਰਡ ਪਾਸਟ ਰਿਹਾ ਹੈਗਾ ਤੇ ਉਹ ਇੱਕ ਪੀਲੀ ਪੱਤਰਕਾਰੀ ਦਾ ਇੱਕ ਆਪਣੇ ਆਪ ਵਿੱਚ ਐਗਜ਼ਾਮਪਲ ਸੀਗੇ। ਉਹਨਾਂ ਨੇ ਜਦੋਂ KPS ਗਿੱਲ ਦਾ ਦੌਰ ਸੀਗਾ ਤੇ ਚਾਹੇ ਉਸ ਤੋਂ ਬਾਅਦ ਚੀਫ ਮਿਨਿਸਟਰ ਬੇਅੰਤ ਸਿੰਘ ਦਾ ਪੀਰੀਅਡ ਆਇਆ ਉਹਦੇ ਵਿੱਚ ਇਹਨਾਂ ਦੀ ਜਿਹੜੀ ਸਮੂਲੀਅਤ ਆ ਉਹ ਐਂਟੀ ਸਿੱਖ ਤੇ ਐਂਟੀ ਪੰਜਾਬ ਵਜੋਂ ਉੱਭਰ ਕੇ ਸਾਹਮਣੇ ਆਈ ਸੀ।
ਤੇ ਹੁਣ ਵੀ ਜਿਹੜੇ ਐਸਪੀ ਸਿੰਘ ਜਿਹੜੇ ਆਈਐਸ ਆਫੀਸਰ ਆ ਉਹ ਕਾਫੀ ਚਿਰ ਤੋਂ ਅਵੇਟ ਕਰ ਰਹੇ ਸੀ ਆਪਣੀ ਅਰੈਸਟ। ਸੋ ਇਸ ਕਰਕੇ ਵਿਜੀਲੈਂਸ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਚਾਂਸ ਲੈਣਾ ਨਹੀਂ ਚਾਹਿਆ ਤੇ ਉਹਨਾਂ ਨੂੰ ਆਫਟਰ ਦਾ ਫਿਊਨਰਲ ਰਾਈਟਸ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ। ਇਸੇ ਤਰ੍ਹਾਂ ਇੱਕ ਆਈਐਸ ਆਫੀਸਰ ਨੀਲਮਾ ਸਿੰਘ ਦਾ ਵੀ ਨਾਂ ਆਇਆ ਐਫਆਈਆਰ ਦੇ ਵਿੱਚ, ਪਰ ਉਹਨਾਂ ਨੂੰ ਹਜੇ ਅਰੈਸਟ ਨਹੀਂ ਕੀਤਾ ਗਿਆ। ਪਰ ਉਹਨਾਂ ਦੇ ਨਾਂ ਆਉਣ ਤੋਂ ਬਾਅਦ, ਕਿਉਂਕਿ ਉਹਨਾਂ ਦੇ ਹਸਬੈਂਡ ਵੀ ਆਈਐਸ ਨੇ ਪੰਜਾਬ 'ਚ, ਅਮਿਤ ਕੁਮਾਰ, ਉਹਦੇ ਕਰਕੇ ਬੜੇ ਵੱਡੇ ਪੱਧਰ ਤੇ ਆਈਐਸ ਲੌਬੀ ਨੇ ਇਸ ਬਾਰੇ ਰਿਜ਼ੈਂਟਮੈਂਟ ਸ਼ੋ ਕੀਤੀ ਆ ਤੇ ਉਹਨਾਂ ਨੇ ਪਹਿਲੇ ਪੀਸੀਐਸ ਆਫੀਸਰ ਨੇ ਤਾਂ ਲੀਵ ਲੈ ਲਈ ਸੀ। ਇਸੇ ਤਰ੍ਹਾਂ ਆਈਐਸ ਆਫੀਸਰਸ ਨੇ ਕਿਹਾ ਸੀ ਕਿ ਅਸੀਂ ਲੰਮੀ ਛੁੱਟੀ ਤੇ ਚਲੇ ਜਾਣਾ। ਪਰ ਹੁਣ ਜਦੋਂ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਨੇ ਆਪਣਾ ਸਖਤ ਸਟੈਂਡ ਲਿਆ, ਚਾਹੇ ਰਾਈਟ, ਮੈਂ ਮੰਨੂਗਾ ਕਿ ਰਾਈਟ ਸਟੈਂਡ ਲਿਆ ਕਿ ਕੋਈ ਵੀ ਇੰਡੀਵਿਜੂਅਲ, ਚਾਹੇ ਉਹ ਕਿੱਡਾ ਵੱਡਾ ਬਿਊਰੋਕਰੈਟ ਹੋਵੇ, ਚਾਹੇ ਕਿੰਨੀ ਵੱਡੀ ਪ੍ਰੋਮੀਨੈਂਟ ਪੋਜੀਸ਼ਨ ਤੇ ਹੋਵੇ, ਉਹ ਸਟੇਟ ਗਵਰਨੈਂਸ ਨੂੰ ਐਟ ਰੈਂਸਮ ਹੋਲਡ ਅਪ ਨਹੀਂ ਕਰ ਸਕਦਾ। ਤੁਹਾਡੇ ਕੋਲੇ ਕੋਰਟਸ ਨੇ, ਹੋਰ ਤੁਹਾਡੇ ਕੋਲੇ ਪ੍ਰਕਿਰਿਆ ਨੇ ਜਿਹਦੇ ਰਾਹੀਂ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ ਹੋ। ਮੇਰਾ ਖਿਆਲ ਹਜੇ ਵੀ ਉਹਨਾਂ ਦਾ ਪ੍ਰੈਸ਼ਰ ਬਰਕਰਾਰ ਆ, ਪਰ ਉਹਨਾਂ ਨੇ ਜੋ ਆਪਣੇ ਵੱਲੋਂ ਖਾਦਸੇ ਜ਼ਾਹਿਰ ਕੀਤੇ ਨੇ, ਰਿਜ਼ੈਂਟਮੈਂਟ ਸ਼ੋ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਪਾਵਰ ਸੈਂਟਰਸ ਨੇ ਉਹ ਇੱਕ ਤੋਂ ਜ਼ਿਆਦੇ ਆ। ਸੋ ਇਸ ਕਰਕੇ ਆਈਐਸ ਤੇ ਪੀਸੀਐਸ ਲੌਬੀ ਵਿੱਚ ਕਨਫਿਊਜ਼ਨ ਬਹੁਤ ਵੱਡੇ ਪੱਧਰ ਤੇ ਜਨਰੇਟ ਹੋਈ ਆ ਕਿ ਉਹ ਨਾਵਲ ਅਗਰਵਾਲ ਵਰਗੇ ਜਿਨ੍ਹਾਂ ਕੋਲੇ ਕੋਈ ਆਫੀਸ਼ੀਅਲ ਸਟੇਟਸ ਹੈ ਨਹੀਂਗਾ, ਕਿ ਉਹ ਕਿਉਂ ਜਿਹੜੀਆਂ ਟੌਪ ਲੈਵਲ ਪੰਜਾਬ ਦੀਆਂ ਮੀਟਿੰਗਸ ਨੇ, ਆਈਐਸ ਆਫੀਸਰਸ ਦੀਆਂ ਹੋਣ, ਚਾਹੇ ਪੁਲਿਸ ਇੰਟੈਲੀਜੈਂਸ ਦੀਆਂ ਹੋਣ, ਚਾਹੇ ਡੀਜੀਪੀ ਪੁਲਿਸ ਦੀ ਹੋਵੇ, ਚਾਹੇ ਚੀਫ ਸੈਕਟਰੀ ਦੀ ਮੀਟਿੰਗ ਹੋਵੇ, ਉਹ ਕਿਹੜੀ ਕਪੈਸਿਟੀ 'ਚ ਉੱਥੇ ਬੈਠਦੇ ਆ। ਇਹ ਵੀ ਗੱਲ ਸਾਹਮਣੇ ਆਈ ਆ ਕਿ ਆਈਐਸ ਲੌਬੀ ਨੇ ਇਹ ਵੀ ਇਤਰਾਜ਼ ਜਤਾਇਆ ਕਿ ਜਦੋਂ ਗੁਜਰਾਤ ਇਲੈਕਸ਼ਨ ਸੀਗੀ ਤਾਂ ਉਹਨਾਂ ਤੇ ਦਬਾਅ ਪਾਇਆ ਗਿਆ ਸੀਗਾ ਕਿ ਤੁਸੀਂ ਪੈਸੇ ਇਕੱਠੇ ਕਰਕੇ ਸਾਨੂੰ ਦਿਓ। ਉਹਨਾਂ ਨੇ ਇੱਕ ਮਿਨਿਸਟਰ ਨੂੰ ਅਕਿਊਜ਼ ਕੀਤਾ ਕਿ ਇਹਨੇ ਸਾਡੇ ਤੇ ਪ੍ਰੈਸ਼ਰ ਪਾਇਆ ਸੀ ਆਪਣੇ ਡਿਪਾਰਟਮੈਂਟਲ ਸੈਕਟਰੀਜ਼ ਤੇ ਕਿ ਸਾਨੂੰ 20 ਲੱਖ ਰੁਪਇਆ ਜਨਰੇਟ ਕਰਕੇ ਦਿਓ। ਸੋ ਇਹ ਜਿਹੜੀਆਂ ਕਰਪਟ ਮੀਨਸ ਨੇ, ਜਿਹੜੀਆਂ ਕਿ ਆਪ ਗਵਰਨਮੈਂਟ ਨਾਲ ਜੁੜੀਆਂ ਨੇ, ਇਹ ਵੀ ਇਸ ਜਿਹੜੀ ਹੁਣ ਨੈਰੇਟਿਵ ਚੱਲਿਆ ਉਹਦੇ 'ਚ ਸਾਹਮਣੇ ਆਈਆਂ ਨੇ। ਇਹ 'ਚ ਨੋ ਡਾਊਟ ਕਿ ਪੰਜਾਬ ਵਿੱਚ ਬੜਾ ਅਨਆਫੀਸ਼ੀਅਲ ਲੈਵਲ ਤੇ ਇੱਕ ਪਾਵਰ ਸੈਂਟਰ ਬਣੇ ਹੋਏ ਆ, ਜਿਹਦੇ ਨਾਲ ਪੰਜਾਬ ਦੀ ਗਵਰਨੈਂਸ ਦੇ ਵਿੱਚ ਬੜੇ ਵੱਡੇ ਪੱਧਰ ਤੇ ਕਨਫਿਊਜ਼ਨ ਜਨਰੇਟ ਹੋ ਰਹੀ ਆ। ਤੁਸੀਂ ਹੁਣੇ ਪਿਛਲੇ ਕੁਝ ਦਿਨਾਂ 'ਚ ਦੇਖ ਲਓ ਕਿ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਆ, ਉਹਨਾਂ ਨੇ ਇੱਕ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਤੋੜਿਆ ਤੇ ਉਹਦੇ 'ਚ 16 ਬੰਦੇ ਫੜੇ ਆ। ਇਹ ਜਿਹੜੀ ਹੈਗੀ ਆ ਇਹਨਾਂ ਦੀ ਇੰਟਰਵੈਂਸ਼ਨ, ਇਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਆ ਕਿ ਜਿਹੜੀ ਪੰਜਾਬ ਪੁਲਿਸ ਆ, ਪੰਜਾਬ ਦੀ ਜਿਹੜੀ ਇੰਟੈਲੀਜੈਂਸ ਆ, ਜਾਂ ਇਹਨਾਂ ਦਾ ਡਰੱਗ ਇਨਫੋਰਸਮੈਂਟ ਦਾ ਮਹਿਕਮਾ, ਉਹ ਕਿਸ ਤਰ੍ਹਾਂ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬੇਖਬਰ ਆ ਕਿ ਉਹਨਾਂ ਦੇ ਨੱਕ ਥੱਲੇ ਪਿਛਲੇ 2 ਸਾਲਾਂ 'ਚ ਇੱਕ ਚਾਹ ਵੇਚਣ ਵਾਲਾ ਬੰਦਾ ਅੱਜ ਕਿੱਡਾ ਵੱਡਾ ਇੰਡਸਟਰੀਅਲ ਹਾਊਸ ਬਣਾਈ ਬੈਠਾ ਤੇ ਆਪਣੀ ਇੰਡਸਟਰੀ ਰਾਹੀਂ ਉਹ ਮੈਨੂਫੈਕਚਰਿੰਗ ਯੂਨਿਟ ਬਣ ਗਏ ਨੇ ਡਰੱਗਸ ਦੇ, ਜਿਹਦੇ ਵਿੱਚ ਅਫਗਾਨ ਨੈਸ਼ਨਲਸ ਤੇ ਹੋਰ ਪਾਕਿਸਤਾਨੀ ਬੰਦਿਆਂ ਦੀ ਇਨਵੋਲਵਮੈਂਟ ਸਾਹਮਣੇ ਆਈ ਆ ਤੇ 2 ਅਫਗਾਨ ਨੈਸ਼ਨਲਸ ਨੂੰ ਅਰੈਸਟ ਵੀ ਕੀਤਾ। ਇਸੇ ਤਰ੍ਹਾਂ ਕੁਝ ਸਾਲ ਪਹਿਲੇ 2020 ਚ ਇੱਕ ਸੁਲਤਾਨਵਿੰਡ ਦੇ ਵਿੱਚ ਵੀ ਇੰਟਰਨੈਸ਼ਨਲ ਡਰੱਗ ਰੈਕਟ ਭੰਨਿਆ ਗਿਆ ਸੀ। ਇਹ ਜੋ ਕੁਝ ਹੋ ਰਿਹਾ ਹੈਗਾ, ਇਹ ਸਾਰੀ ਅਟਰ ਕਨਫਿਊਜ਼ਨ ਹੈਗੀ ਆ ਪੰਜਾਬ ਦੀ ਜਿਹੜੀ ਗਵਰਨੈਂਸ ਆ, ਤੇ ਮੋਰ ਦੈਨ 1 ਜਿਹੜੇ ਅਨਆਫੀਸ਼ੀਅਲ ਪਾਵਰ ਸੈਂਟਰਸ ਨੇ, ਇਹ ਉਸ ਚੀਜ਼ ਦਾ ਪਰਛਾਵਾਂ ਪੈ ਰਿਹਾ ਕਿ ਪੰਜਾਬ ਪੁਲਿਸ ਤੇ ਜਿਹੜੀ ਇੰਟੈਲੀਜੈਂਸ ਆ ਪੰਜਾਬ ਦੀ, ਉਹ ਪੂਰੀ ਤਰ੍ਹਾਂ ਆਪਣਾ ਕੰਮ ਨਹੀਂ ਕਰ ਸਕਦੇ। 2-3 ਦਿਨਾਂ ਤੋਂ ਜਿੰਨੀਆਂ ਐਂਬੂਲੈਂਸਿਸ ਨੇ ਸਟੇਟ ਗਵਰਨਮੈਂਟ ਦੀ, ਉਹਦੇ ਨਾਲ ਜਿਹੜੇ ਜੁੜੇ ਹੋਏ ਵਰਕਰਸ ਨੇ ਉਹ ਮਾਸ ਸਟ੍ਰਾਈਕ ਤੇ ਚਲੇ ਗਏ ਨੇ। ਸਾਰੀਆਂ ਐਂਬੂਲੈਂਸਿਸ ਉਹਨਾਂ ਨੇ ਲਾਡੋਵਾਲ ਟੋਲ ਪਲਾਜ਼ੇ ਤੇ ਆ ਕੇ ਪਾਰਕ ਕਰਤੀਆਂ ਨੇ ਤੇ ਉਹਨਾਂ ਨੇ ਕੰਮ ਕਰਨ ਤੋਂ ਟੋਟਲ ਨਾ ਕਰਤੀ। ਉਹਨਾਂ ਦੀਆਂ ਜਿਹੜੀਆਂ ਮੇਨ ਡਿਮਾਂਡਸ ਨੇ ਕਿ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ, ਜਿਹੜੀਆਂ ਬਾਕੀ ਫੈਸਿਲਿਟੀਜ਼ ਮਿਲਣੀਆਂ ਚਾਹੀਦੀਆਂ ਸੀ, ਕਿਉਂਕਿ ਜਿਹੜੀ 108 ਐਂਬੂਲੈਂਸ ਸਰਵਿਸ ਆ ਇਹ 2011 ਵਿੱਚ ਲਾਗੂ ਕੀਤੀ ਗਈ ਸੀ, ਜਿਹਦੇ ਨਾਲ ਕਿ ਹੈਲਥ ਸੈਕਟਰ ਦੇ ਵਿੱਚ ਕਾਫੀ ਸੁਵਿਧਾਵਾਂ ਵਧੀਆ ਸੀਗੀਆਂ। ਪਰ ਹੁਣ ਜੇ ਆਪਾਂ ਲੁਧਿਆਣੇ ਦਾ ਦੇਖ ਲਓ, ਇੱਥੇ 52 ਐਂਬੂਲੈਂਸਿਸ ਨੇ
ਉਹਦੇ ਵਿੱਚ ਜਿਹੜੀਆਂ 12 ਜਿਹੜੀਆਂ ਕਿ ਕੁਝ ਸਾਲ ਪਹਿਲੇ ਹੀ ਖਰੀਦੀਆਂ ਗਈਆਂ ਸੀ, 2.5 ਕਰੋੜ ਦੀ ਵੈਲਿਊ ਤੇ 12 ਐਂਬੂਲੈਂਸਿਸ ਖਰੀਦੀਆਂ ਸੀਗੀਆਂ, ਜਿਹੜੀਆਂ ਕਿ ਹੁਣ ਡਿਸਫੰਕਸ਼ਨਲ ਨੇ ਬਿਲਕੁਲ। ਈਵਨ ਕਿ ਜਿਹੜੇ ਸਕ੍ਰੈਪ ਡੀਲਰਸ ਆ ਉਹ ਵੀ ਉਹਨਾਂ ਨੂੰ ਖਰੀਦਣਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਵਿੱਚੋਂ ਜਿੰਨਾ ਕੀਮਤੀ ਸਮਾਨ ਸੀਗਾ ਉਹ ਚਾਹੇ ਸਿਵਲ ਹਸਪੀਟਲ ਵਿੱਚ ਪਾਰਕ ਸੀਗੀਆਂ, ਉਹ ਸਾਰਾ ਚੋਰੀ ਹੋ ਚੁੱਕਿਆ ਜਾਂ ਚੋਰੀ ਕਰਵਾ ਦਿੱਤਾ ਗਿਆ। ਇਸ ਕਰਕੇ ਜਿਹੜੀ ਐਂਬੂਲੈਂਸ ਸਰਵਿਸ ਹੈਗੀ ਆ ਉਹ ਕਾਫੀ ਚਿਰ ਤੋਂ ਅੰਡਰ ਸਟ੍ਰੈਸ ਹੈਗੀ ਪੰਜਾਬ 'ਚ। ਇਹ ਦੂਜੇ ਪਾਸੇ ਇਹ ਮੁਹੱਲਾ ਕਲੀਨਿਕਸ ਖੋਲ ਰਿਹਾ, ਪਰ ਜਿਹੜਾ ਬੇਸਿਕ ਸਟਰਕਚਰ ਇਨਫਰਾਸਟਰਕਚਰ ਹੈਲਥ ਸਰਵਿਸਿਜ਼ ਨਾਲ ਜੁੜਿਆ ਹੋਇਆ ਉਹ ਆਪਣੇ ਆਪ 'ਚ ਕਰੰਬਲ ਕਰ ਰਿਹਾ। ਚਾਹੇ ਤੁਸੀਂ ਦੇਖ ਲਓ ਕਿ ਨਵੇਂ ਮੈਡੀਕਲ ਕਾਲਜਸ ਬਣਾਉਣਾ ਚਾਹੁੰਦੇ ਨੇ ਕਿ 16 ਅਸੀਂ ਮੈਡੀਕਲ ਕਾਲਜ ਬਣਾਉਣੇ ਨੇ ਗਵਰਨਮੈਂਟ ਦੇ, ਪਰ ਦੂਜੇ ਪਾਸੇ ਇਹ ਦੇਖ ਲਓ ਕਿ ਹੁਣ ਵੀ ਜਿਹੜੀ ਕੱਲ ਕਾਉਂਸਲਿੰਗ ਹੋਈ ਆ ਫਰੀਦਕੋਟ, ਉਹਦੇ ਵਿੱਚ 80 ਜਿਹੜੀਆਂ 80 ਸੀਟਸ ਨੇ MD ਦੀਆਂ, ਡਾਕਟਰ ਆਫ ਮੈਡੀਸਨ ਦੀਆਂ, ਉਹ ਖਾਲੀ ਪਈਆਂ ਨੇ ਕਿ ਕੋਈ ਚਾਹਵਾਨ ਹੈ ਨਹੀਂਗਾ ਉਹਦੇ ਵਿੱਚ ਦਾਖਲਾ ਲੈਣ ਲਈ। ਇਸੇ ਤਰ੍ਹਾਂ 45% ਜਿਹੜੀਆਂ BDS ਤੇ MDS ਦੀਆਂ ਸੀਟਸ ਨੇ ਉਹ ਆਫਟਰ ਸੈਵਰਲ ਕਾਉਂਸਲਿੰਗ ਤੋਂ ਬਾਅਦ ਹੁਣ ਵੀ ਖਾਲੀ ਪਈਆਂ ਨੇ। ਜਦੋਂ ਹੁਣ ਜਿਹੜਾ ਪ੍ਰੈਜ਼ੈਂਟ ਸਟਰਕਚਰ ਆ ਉਹ ਤਾਂ ਕੰਮ ਨਹੀਂ ਕਰ ਰਿਹਾ, ਆਪਾਂ ਨਵੇਂ ਸਟਰਕਚਰ ਲਈ ਕੀ ਆਪਾਂ ਸਾਹਮਣੇ ਦਿਖਾ ਦਾਂਗੇ। ਦੂਜਾ ਜਿਹੜਾ ਇਹਨਾਂ ਨੇ ਹੈਲਥ ਮਿਨਿਸਟਰ ਲਾਏ ਨੇ ਡਾਕਟਰ ਬਲਬੀਰ ਸਿੰਘ, ਨੋ ਡਾਊਟ ਕਿ ਉਹ ਡਾਕਟਰ ਪ੍ਰੋਫੈਸ਼ਨ ਚੋਂ ਆਏ ਨੇ, ਪਰ ਉਹਨਾਂ ਤੇ MLA ਬਣਨ ਤੋਂ ਬਾਅਦ ਉਹਨਾਂ ਤੇ ਬੜਾ ਸੀਰੀਅਸ ਚਾਰਜ ਲੱਗਿਆ ਸੀ ਫੈਮਿਲੀ ਡਿਸਪਿਊਟ ਦਾ, ਤੇ ਉਹਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਤੇ ਇਹ ਆਪ, ਇਹਨਾਂ ਨੂੰ 3 ਸਾਲ ਦੀ ਸਜ਼ਾ ਹੋਈ ਆ, ਤੇ ਹਜੇ ਵੀ ਇਹਨਾਂ ਤੇ ਫੋਰਜਰੀ ਦੇ ਕੇਸ ਜਿਹੜੇ ਨੇ ਉਹ ਚਮਕੌਰ ਸਾਹਿਬ ਚੱਲ ਰਿਹਾ। ਹੁਣ ਇਹ ਬੇਲ ਤੇ ਨੇ ਸੈਸ਼ਨ ਕੋਰਟ ਵੱਲੋਂ। ਸਰ ਆਪਾਂ ਆਲਮੋਸਟ ਆਖਰੀ ਸੈਕਸ਼ਨ ਵੱਲ ਵਧਦੇ ਹਾਂ ਸਰ, ਜਿਸ ਆਪਾਂ ਮੈਂ ਚਾਹਾਂਗੀ ਕਿ ਆਪਾਂ ਜ਼ਰੂਰ ਡਿਸਕਸ ਕਰੀਏ ਬ੍ਰਾਜ਼ੀਲ ਦੇ ਵਿੱਚ ਜਿਵੇਂ ਪੁਰਾਣੇ ਪ੍ਰੈਜ਼ੀਡੈਂਟ ਦੇ ਡਾਈ ਹਾਰਡ ਫੈਨਸ ਵੱਲੋਂ ਅਟੈਕ ਕੀਤਾ ਗਿਆ, ਇੱਕ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੇ ਉੱਤੇ ਅਟੈਕ ਕੀਤਾ ਗਿਆ, ਮਤਲਬ ਉਹ ਆਪਣੀ ਡਿਫੀਟ ਨੂੰ ਹਜੇ ਤੱਕ ਐਕਸੈਪਟ ਨਹੀਂ ਕਰ ਪਾਏ। ਜੋ ਜਿੱਤ ਹਾਰ ਜਿਹੜੀ ਉਹ ਆਪਾਂ ਬੜੇ ਆਰਾਮ ਨਾਲ ਕਹਿੰਦੇ ਆ ਕਿ ਬਣੀ ਹੋਈ ਹੈ। ਇਸੇ ਤਰ੍ਹਾਂ ਦਾ ਨਜ਼ਾਰਾ ਆਪਾਂ ਨੂੰ ਕੈਪੀਟਲ ਹਿੱਲ ਜਿਹੜਾ 7 ਜਨਵਰੀ ਦੀ ਗੱਲ ਸੀ ਜਦੋਂ ਡੋਨਾਲਡ ਟਰੰਪ ਹਾਰੇ ਸੀ, ਉਸ ਸਮੇਂ ਵੀ ਦੇਖਣ ਨੂੰ ਮਿਲਿਆ ਸੀਗਾ ਜੀ। ਇਹਨੂੰ ਕਿਵੇਂ ਦੇਖਦੇ ਹੋ ਸਰ ਤੁਸੀਂ? ਜਿਹੜਾ ਬ੍ਰਾਜ਼ੀਲ ਦੇ ਵਿੱਚ ਹੈ ਨਾ, ਜਿਸ ਤਰ੍ਹਾਂ ਜਨਵਰੀ 2021 ਦੇ ਵਿੱਚ ਸੀਗਾ, ਟਰੰਪ ਦੇ ਸਪੋਰਟਰਸ ਜਦੋਂ ਟਰੰਪ ਹਾਰ ਗਏ ਸੀ ਇਲੈਕਸ਼ਨ ਪ੍ਰੈਜ਼ੀਡੈਂਟ ਦੇ, ਭਾਵੇਂ ਉਹਨਾਂ ਨੇ ਕੰਸੀਡ ਨਹੀਂ ਸੀ ਕੀਤੀ ਆਪਣੀ ਡਿਫੀਟ, ਤਾਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ ਉਹਨਾਂ ਨੇ ਬੜਾ ਵਾਇਲੈਂਟਲੀ ਜਿਹੜੀ US ਦਾ ਕਾਂਗਰੈਸ਼ਨਲ ਬਿਲਡਿੰਗ ਆ ਉਹਦੇ ਵਿੱਚ ਅਟੈਕ ਕੀਤਾ ਸੀਗਾ, ਰੈਨਸੈਕ ਕੀਤਾ ਸੀਗਾ। ਈਵਨ ਬਹੁਤ ਬੰਦਿਆਂ ਨੂੰ ਉਹਦੇ ਵਿੱਚ ਸੱਟਾਂ ਵੀ ਵੱਜੀਆਂ ਸੀ, ਈਵਨ ਕਿ ਜਿਹੜੇ ਕਾਂਗਰਸਮੈਨ ਸੀ, ਈਵਨ ਜਿਹੜੀ ਸਪੀਕਰ ਸੀ ਨੈਂਸੀ ਪਲੋਸੀ, ਉਹ ਵੀ ਬੁਰੀ ਤਰ੍ਹਾਂ ਉਹਦੇ ਵਿੱਚ ਘਿਰ ਗਏ ਸੀ। ਤੇ ਜਿਹੜਾ ਕਿ ਹੁਣ ਅੰਡਰ ਇਨਵੈਸਟੀਗੇਸ਼ਨ ਆ, ਉਹਦੀ ਕਾਂਗਰੈਸ਼ਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਸੇ ਤਰ੍ਹਾਂ ਹੁਣ ਜਦੋਂ ਬ੍ਰਾਜ਼ੀਲ ਦੇ ਵਿੱਚ ਬੋਲਸਨੈਰੋ ਉਹ ਆਪਣੀ ਇਲੈਕਸ਼ਨ ਹਾਰੇ ਨੇ, ਬੜਾ ਰਾਈਟ ਵਿੰਗ ਉਹ ਪ੍ਰੈਜ਼ੀਡੈਂਟ ਸੀਗਾ ਜਿਹਨੇ ਕਿ ਬੜੀ ਡਿਵਿਸਿਵ ਪੋਲਿਟਿਕਸ ਦੇ ਨਾਲ ਬ੍ਰਾਜ਼ੀਲ ਦੇ ਲੋਕਾਂ ਦੇ ਵਿੱਚ ਪਾੜਾ ਵਧਾਇਆ, ਤੇ ਉਹਦੇ ਕਰਕੇ ਬਹੁਤ ਵੱਡੇ ਪੱਧਰ ਤੇ ਉੱਥੇ ਰਿਜ਼ੈਂਟਮੈਂਟ ਸੀ, ਜਿਹਦੇ ਕਰਕੇ ਹੁਣ ਲੂਲਾ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਇਲੈਕਸ਼ਨ ਜਿੱਤੇ ਨੇ। ਬੜੀ ਕਲੋਜ਼ਲੀ ਕੰਟੈਸਟਡ ਇਲੈਕਸ਼ਨ ਸੀਗੀ, ਬਟ ਜਸਟ ਬਾਈ ਮਿਨਿਊਟ ਮੈਜੋਰਟੀ ਉਹ ਆਪਣੀ ਇਲੈਕਸ਼ਨ ਜਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜੇ ਬਾਲਸਨੈਰੋ, ਜੋ ਕਿ ਆਪ ਹੁਣ ਫਲੋਰੀਡਾ ਦੇ ਵਿੱਚ ਕਿਸੇ ਹਸਪੀਟਲ 'ਚ ਨੇ US 'ਚ, ਜਿਹਦੇ ਬਾਰੇ ਵੀ ਕੁਐਸਚਨਸ ਉੱਠ ਰਹੇ ਨੇ US ਗਵਰਨਮੈਂਟ ਅੱਗੇ ਕਿ ਕੀ ਇਹਨਾਂ ਨੂੰ ਇੱਥੇ US ਦੇ ਵਿੱਚ ਸਟੇ ਦੇਣੀ ਆ ਕਿ ਇਹਨਾਂ ਨੂੰ ਵਾਪਸ ਬ੍ਰਾਜ਼ੀਲ ਭੇਜਿਆ ਜਾਵੇ, ਤਾਂ ਕਿ ਜੇ ਉੱਥੇ ਇਹਨਾਂ ਦੇ ਪ੍ਰਤੀ ਕੋਈ ਚਾਰਜਸ ਨੇ ਤਾਂ ਐਂਡ ਹੀ ਸ਼ੁੱਡ ਫੇਸ ਇਟ। ਇਹਨਾਂ ਦੇ ਸਪੋਰਟਰਸ ਨੇ ਆਪਣਾ ਫੁਲੀ ਆਰਮਡ ਹੋ ਕੇ ਜਿਹੜੀ ਉੱਥੋਂ ਦੀ ਪਾਰਲੀਮੈਂਟ ਹੈਗੀ ਆ, ਪ੍ਰੈਜ਼ੀਡੈਂਸ਼ੀਅਲ ਪੈਲੇਸ ਹੈਗਾ, ਤੇ ਜਿਹੜੀ ਸੁਪਰੀਮ ਕੋਰਟ ਆ ਉਹਦੇ ਤੇ ਕਬਜ਼ਾ ਕਰਨਾ ਚਾਹਿਆ, ਜਿਹਦੇ ਨਾਲ ਕਿ ਬਹੁਤ ਵਾਈਡ ਸਪਰੈਡ ਉੱਥੇ ਆਰਸਨ ਤੇ ਰਾਈਟਿੰਗ ਹੋਈ ਹੈਗੀ ਆ। ਕਾਫੀ ਬੰਦੇ ਹੁਣ ਜਿਹੜੇ ਸਿਕਿਉਰਿਟੀ ਫੋਰਸਿਸ ਨੇ ਅਰੈਸਟ ਕੀਤੇ ਨੇ, ਪਰ ਉਹਦੇ ਨਾਲ ਇਹ ਆਇਆ ਕਿ ਸੋਸਾਇਟੀ ਦੇ ਵਿੱਚ ਔਨ ਏ ਹੋਲ ਉੱਥੇ ਬਹੁਤ ਅਨਰੈਸਟ ਹੈਗੀ ਆ। ਲੋਕੀ ਅਸੈਪਟ ਕਰਨ ਨੂੰ ਤਿਆਰ ਨਹੀਂ ਇੱਕ ਸੈਗਮੈਂਟ ਕਿ ਵਾਕਈ ਫੇਅਰ ਐਂਡ ਸਕੇਅਰ ਇਲੈਕਸ਼ਨ ਦੇ ਵਿੱਚ ਇੱਥੇ ਸੱਤਾ ਦੀ ਤਬਦੀਲੀ ਹੋਈ ਆ।
ਅੱਗੇ ਸਰ ਇੱਕ ਗੱਲ ਜੋ ਨੋਬਲ ਪੀਸ ਪ੍ਰਾਈਜ਼ ਨੂੰ ਲੈ ਕੇ ਮੈਂ ਚਾਹੁੰਦੀ ਕਿ ਤੁਸੀਂ ਜ਼ਰੂਰ ਦੱਸੋ, ਤੁਹਾਡੇ ਕੋਲ ਅਗਰ ਜਾਣਕਾਰੀ ਹੈਗੀ ਆ ਸਰ, ਤਾਂ 50 ਸਾਲਾਂ ਬਾਅਦ ਡਾਕੂਮੈਂਟਸ ਜਿਹੜੇ ਨੇ ਉਹ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਿਆ ਸੀ ਹੈਨਰੀ ਕਿਸਿੰਗਰ ਨੂੰ, ਉਹ ਡੀਕਲਾਸੀਫਾਈ ਕੀਤੇ ਗਏ ਨੇ ਸਰ। ਉਹਦੇ ਵਿੱਚ ਕਾਫੀ ਕੁਝ ਨਿਕਲ ਕੇ ਸਾਹਮਣੇ ਆਇਆ ਹੈ ਵੀਅਤਨਾਮ ਦੀ ਵਾਰ ਨੂੰ ਲੈ ਕੇ। ਮੈਂ ਚਾਹੁੰਦੀ ਹਾਂ ਸਰ ਇੱਕ ਵਾਰ ਇਹ ਤੋਂ ਜਾਣੂ ਕਰਵਾਓ। ਜਿਹੜਾ ਹੈਨਰੀ ਕਿਸਿੰਜਰ ਹੈ ਨਾ, ਉਹ ਬੜਾ ਚਰਚਿਤ ਰਹੇ ਨੇ ਐਡਮਿਨਿਸਟ੍ਰੇਟਰ। ਉਹ ਰਿਚਰਡ ਨਿਕਸਨ ਜਦੋਂ ਪ੍ਰੈਜ਼ੀਡੈਂਟ ਸੀ USA ਦੇ, ਜਦੋਂ ਵੀਅਤਨਾਮ ਵਾਰ ਚੱਲ ਰਹੀ ਸੀ, ਉਦੋਂ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਸੈਕਟਰੀ ਆਫ ਸਟੇਟ ਸੀਗੇ US ਐਡਮਿਨਿਸਟ੍ਰੇਸ਼ਨ ਦੇ ਵਿੱਚ। ਉਹਨਾਂ ਨੂੰ 1973 ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਅਵਾਰਡ ਕੀਤਾ ਸੀ ਬਿਕੋਜ਼ ਆਫ ਪੈਰਿਸ ਪੀਸ ਐਗਰੀਮੈਂਟ ਜਿਹੜਾ ਹੋਇਆ ਸੀਗਾ ਬਿਟਵੀਨ ਵੀਅਤਨਾਮ ਐਂਡ US ਐਡਮਿਨਿਸਟ੍ਰੇਸ਼ਨ। ਉਹ ਪਰ ਜਿਹੜਾ ਪੈਰਿਸ ਪੀਸ ਅਕੋਰਡ ਸੀਗਾ ਉਹ ਕਦੀ ਲਾਗੂ ਨਹੀਂ ਸੀ ਹੋਇਆ। ਇਹਨਾਂ ਦਾ ਨਾਂ ਜਦੋਂ ਜਨਵਰੀ ਦੇ ਵਿੱਚ ਪੈਰਿਸ ਪੀਸ ਅਕੋਰਡ ਹੋਇਆ ਤਾਂ ਉਸ ਤੋਂ ਬਾਅਦ 29 ਜਨਵਰੀ ਨੂੰ ਜੌਨ ਸੈਨਨੈਸ ਨੇ ਇਹਨਾਂ ਦਾ ਨਾਂ ਜਿਹੜਾ ਉਹ ਨੋਬਲ ਜਿਹੜੀ ਕਮੇਟੀ ਹੈਗੀ ਆ ਅਵਾਰਡ ਕਰਨ ਵਾਲੀ, ਉਹਦੇ ਮੈਂਬਰ ਸੀਗੇ। ਉਹਨਾਂ ਨੇ ਇਹਨਾਂ ਦਾ ਨਾਂ ਜਿਹੜਾ ਸੀਗਾ ਉਹ ਆਪਣੇ ਵੱਲੋਂ ਪੇਸ਼ ਕੀਤਾ ਸੀ, ਦਾਅਵੇਦਾਰੀ ਦਿੱਤੀ ਸੀ ਕਿ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ। ਨਾਲ ਇਹਨਾਂ ਦੇ ਇੱਕ ਨਾਰਥ ਵੀਅਤਨਾਮੀ ਸੀਗਾ ਜਿਹਦਾ ਨਾਂ ਹੈਗਾ ਲੀ ਡੌਕ ਥੋ। ਇਹਨਾਂ ਦੋਨਾਂ ਨੂੰ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ ਸੀਗਾ, ਪਰ ਜਿਹੜੇ ਨਾਰਥ ਵੀਅਤਨਾਮੀ ਸੀਗੇ ਲੀ ਡੌਕ ਥੋ, ਉਹਨਾਂ ਨੇ ਨੋਬਲ ਪੀਸ ਪ੍ਰਾਈਜ਼ ਲੈਣ ਤੋਂ ਨਾ ਕਰਤੀ ਸੀਗੀ। ਪਰ ਇਸੇ ਤਰ੍ਹਾਂ ਹੈਨਰੀ ਕਿਸਿੰਜਰ ਨੇ ਅਵਾਰਡ ਜ਼ਰੂਰ ਅਸੈਪਟ ਕੀਤਾ ਸੀ, ਪਰ ਇਹ ਨਾਰਵੇ ਗਏ ਨਹੀਂ ਸੀਗੇ ਅਵਾਰਡ ਲੈਣ ਦੇ ਲਈ। ਉਸ ਤੋਂ ਬਾਅਦ ਇਹਨਾਂ ਨੇ ਕਈ ਵਾਰੀ ਕੋਸ਼ਿਸ਼ ਵੀ ਕੀਤੀ ਆ ਕਿ ਮੈਂ ਇਹ ਜਿਹੜਾ ਫਰਾਡ ਅਵਾਰਡ ਹੈਗਾ ਇਹਨੂੰ ਮੈਂ ਵਾਪਸ ਕਰਦਾ, ਕਿਉਂਕਿ ਜਿਹੜੀ ਨਾਰਵੇਜੀਅਨ ਨੋਬਲ ਕਮੇਟੀ ਆ ਉਹਦੇ ਜਿਹੜੇ ਰੂਲਸ ਨੇ ਉਹ 50 ਸਾਲ ਤੱਕ ਜਦੋਂ ਕਿਸੇ ਨੂੰ ਅਵਾਰਡ ਮਿਲੇ ਉਸ ਬਾਰੇ 50 ਸਾਲ ਬਾਅਦ ਚਰਚਾ ਹੋ ਸਕਦੀ ਆ, ਉਸ ਤੋਂ ਪਹਿਲੇ ਚਰਚਾ ਨਹੀਂ ਹੋ ਸਕਦੀ। ਕਿਉਂਕਿ ਹੁਣ 1973 ਦੇ ਅਵਾਰਡਸ ਨੂੰ ਦਿੱਤਿਆਂ 50 ਸਾਲ ਦਾ ਸਮਾਂ ਬੀਤ ਚੁੱਕਿਆ। ਇਸ ਕਰਕੇ ਇਸ ਨੋਬਲ ਪੀਸ ਪ੍ਰਾਈਜ਼, ਕਿਉਂਕਿ ਉਸ ਟਾਈਮ ਤੇ ਵੀ ਇਹ ਬਹੁਤ ਚਰਚਾ ਚ ਰਿਹਾ ਸੀ ਕਿ ਇਹ ਨੋਬਲ ਪੀਸ ਪ੍ਰਾਈਜ਼ ਗਲਤ ਦਿੱਤਾ ਗਿਆ, ਕਿਉਂਕਿ ਹੈਨਰੀ ਕਿਸਿੰਜਰ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਉਹ ਪ੍ਰੋ ਵਾਰ ਸੀਗੀਆਂ ਤੇ ਐਂਟੀ ਪੀਸ ਸੀਗੀਆਂ। ਕਿਉਂਕਿ ਵੀਅਤਨਾਮ ਦੇ ਵਿੱਚ ਅਲਟੀਮੇਟਲੀ ਨਾਰਥ ਵੀਅਤਨਾਮ ਦੀ ਸਿਕਿਉਰਿਟੀ ਫੋਰਸਿਸ ਨੇ ਸਾਊਥ ਵੀਅਤਨਾਮ ਤੇ ਕਬਜ਼ਾ ਕਰ ਲਿਆ ਸੀ ਤੇ ਉਹ ਇੱਕ ਯੂਨਾਈਟਿਡ ਵੀਅਤਨਾਮ ਬਣ ਗਿਆ ਸੀ ਤੇ US ਮਿਲਟਰੀ ਨੂੰ ਬਹੁਤ ਹਿਊਮਿਲੇਟਿੰਗ ਉੱਥੇ ਡਿਫੀਟ ਹੋਈ ਸੀ ਤੇ ਇਹਨਾਂ ਨੂੰ ਵਿਦਡਰਾਅ ਕਰਨਾ ਪਿਆ ਸੀ। ਉਸ ਕਰਕੇ ਜਦੋਂ ਇਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ ਤਾਂ ਜਿਹੜੇ 5 ਮੈਂਬਰ ਹੁੰਦੇ ਆ ਨਾਰਵੇਜੀਅਨ ਨੋਬਲ ਕਮੇਟੀ ਦੇ, ਉਹਨਾਂ ਵਿੱਚੋਂ 2 ਮੈਂਬਰਸ ਨੇ ਰਿਜ਼ਾਈਨ ਕਰਤਾ ਸੀ ਇਨ ਪ੍ਰੋਟੈਸਟ। ਤੇ ਇਹ ਇਸ ਕਰਕੇ ਹੁਣ 50 ਸਾਲਾਂ ਬਾਅਦ ਇਹ ਜਿਹੜਾ ਨੋਬਲ ਪੀਸ ਪ੍ਰਾਈਜ਼ ਦਾ ਅਵਾਰਡ ਸੀਗਾ ਇਹ ਦੁਬਾਰਾ ਕੁਐਸਚਨ 'ਚ ਆਇਆ। ਜੀ ਸਰ, ਮੈਨੂੰ ਲੱਗਦਾ ਹੈ ਕਿ ਅੱਜ ਦੀ ਗੱਲਬਾਤ ਨੂੰ ਆਪਾਂ ਨੂੰ ਵਿਰਾਮ ਦੇਣਾ ਚਾਹੀਦਾ ਹੈ ਸਰ। ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਖਾਸ ਤੌਰ ਤੇ ਈਰਾਨ ਦੇ ਪ੍ਰੋਟੈਸਟ ਦੇ ਬਾਰੇ ਦੇ ਵਿੱਚ ਸਰ? ਈਰਾਨ ਦੇ ਵਿੱਚ ਜਿਹੜੇ ਹੁਣ ਤੱਕ ਨੇ ਨਾ 4 ਬੰਦੇ ਜਿਹੜੇ ਆ ਉਹਨਾਂ ਨੂੰ ਫਾਂਸੀ ਦੇ ਚੁੱਕੇ ਆ, ਸਾਰੇ ਯੰਗ ਨੇ। ਈਵਨ ਉਹਨਾਂ ਦਾ ਜਿਹੜਾ ਨੈਸ਼ਨਲ ਕਰਾਟੇ ਚੈਂਪੀਅਨ ਆ ਉਹਨੂੰ ਵੀ ਹੈਂਗ ਕਰ ਦਿੱਤਾ ਗਿਆ ਹੈਗਾ। ਇੱਕ ਇਹਨਾਂ ਦਾ ਰਹਿ ਚੁੱਕਿਆ ਡਿਫੈਂਸ ਮਿਨਿਸਟਰ, ਉਹਨੂੰ ਵੀ ਅਲੀ ਰੈਜ਼ਾ ਨੂੰ, ਉਹਨੂੰ ਵੀ ਡੈਥ ਸੈਂਟੈਂਸ ਦਿੱਤੀ ਹੈਗੀ ਆ। ਉਹਨੂੰ ਪਰ ਦਿੱਤੀ ਹੈਗੀ ਕਿ ਉਹਦਾ ਜਿਹੜਾ ਹੈਗਾ ਕਿਸੇ ਨਾ, ਉਹ ਬ੍ਰਿਟਿਸ਼ ਨੈਸ਼ਨਲ ਵੀ ਹੈਗਾ, ਜਿਹਦੇ ਕਰਕੇ ਬ੍ਰਿਟਿਸ਼ ਗਵਰਨਮੈਂਟ ਨੇ ਵੀ ਆਪਣਾ ਪ੍ਰੋਟੈਸਟ ਲਾਂਚ ਕੀਤਾ ਈਰਾਨ ਦੇ ਨਾਲ। ਪਰ ਉਹਨਾਂ ਨੂੰ ਜਿਹੜੀ ਡੈਥ ਸੈਂਟੈਂਸ ਹੋਈ ਆ ਉਹ ਇੱਕ ਇਹਨਾਂ ਦਾ ਟੌਪ ਨੋਬਲ ਸਾਇੰਟਿਸਟ ਸੀਗਾ ਜਿਹੜਾ ਈਰਾਨ ਦਾ, ਉਹਦੀ ਪਿਛਲੇ ਕੁਝ ਸਮੇਂ ਵਿੱਚ ਉਹਨੂੰ ਅਸੈਸੀਨੇਟ ਕਰਤਾ ਸੀ। ਇਹਦੇ ਤੇ ਚਾਰਜਿਸ ਲੱਗ ਰਹੇ ਨੇ। ਇਸੇ ਤਰ੍ਹਾਂ ਇਹਨਾਂ ਦਾ ਈਰਾਨ ਦੀ ਰੈਫਰੀ ਇੱਕ ਲੇਡੀ ਸੋਹਰੇ ਬਿਆਤ, ਉਹ ਆਈਸਲੈਂਡ ਦੇ ਵਿੱਚ ਕਿਸੇ ਇੰਟਰਨੈਸ਼ਨਲ ਕੰਪੀਟੀਸ਼ਨ 'ਚ ਗਈ ਸੀਗੀ। ਉੱਥੇ ਜਾ ਕੇ ਜਿਹੜਾ ਮਤਲਬ ਕਿ ਇੱਕ ਕਮੇਟੀ ਹੁੰਦੀ ਆ ਉਹਨਾਂ ਦੀ, ਜਿਹੜੀ ਕਿਸੇ ਤਰ੍ਹਾਂ ਦਾ ਜੋ ਕੋਈ ਆਰਬਿਟ੍ਰੇਸ਼ਨ ਹੋਣੀ ਆ ਉਹਦੀ ਉਹ ਮੈਂਬਰ ਸੀਗੀ। ਬੜੀ ਨਾਮੀ ਇੰਟਰਨੈਸ਼ਨਲ ਰੈਫਰੀ ਆ। ਉਹਦਾ ਪਹਿਲੇ ਵੀ 2020 ਦੇ ਵਿੱਚ ਇਰਾਨੀਅਨ ਗਵਰਨਮੈਂਟ ਨਾਲ ਰੌਲਾ ਪਿਆ ਸੀ ਜਦੋਂ ਉਹਨੇ ਪਬਲਿਕ ਦੇ ਵਿੱਚ ਡਿਊਰਿੰਗ ਕੰਪੀਟੀਸ਼ਨ ਹਿਜਾਬ ਪਹਿਨਣ ਤੋਂ ਮਨਾ ਕਰਤਾ ਸੀ। ਸ਼ੀ ਇਜ਼ 37 ਈਅਰ ਓਲਡ ਲੇਡੀ
ਬੜੀ ਪ੍ਰੋਮੀਨੈਂਟ ਰੈਫਰੀ ਆ ਵਰਲਡ ਦੇ ਵਿੱਚ ਉਹ ਚੈਸ ਬਾਰੇ। ਉਹਨੇ ਜਦੋਂ ਹੁਣ ਉੱਥੇ ਗਈ ਆਈਸਲੈਂਡ 'ਚ ਤਾਂ ਉਹਨੇ ਸੋਲੀਡੈਰਿਟੀ ਦਿਖਾਉਣ ਲਈ ਇਰਾਨੀਅਨ ਪ੍ਰੋਟੈਸਟ ਦੇ ਨਾਲ, ਇਸੇ ਤਰ੍ਹਾਂ ਯੂਕਰੇਨ ਦੀ ਸਪੋਰਟ ਦੇ ਵਿੱਚ ਉਹਨੇ ਆਪਣੀ ਯੈਲੋ ਸੂਟ ਪਾਇਆ ਤੇ ਬਲੂ ਬਲਾਊਜ਼ ਪਾ ਕੇ ਉਹਦੇ ਤੇ ਨਾਲ ਲਿਖਿਆ ਹੋਇਆ ਸੀ ਉਹਦੀ ਡਰੈਸ ਤੇ ਕਿ ਵੂਮਨ ਲਾਈਫ ਐਂਡ ਫਰੀडम। ਪਰ ਜਿਹੜਾ ਉਸ ਆਰਬਿਟਰੀ ਕਮੇਟੀ ਦਾ ਚੇਅਰਮੈਨ ਆ, ਪ੍ਰੈਜ਼ੀਡੈਂਟ ਹੈਗਾ, ਉਹ ਰਸ਼ੀਅਨ ਹੈਗਾ। ਉੱਥੋਂ ਦਾ ਉਹ ਡਿਪਟੀ ਪ੍ਰਾਈਮ ਮਿਨਿਸਟਰ ਰਹਿ ਚੁੱਕਿਆ ਫਰਮ 2012 ਟੂ 2018। ਉਹਨਾਂ ਨੇ ਇਸ ਬਾਰੇ ਇਤਰਾਜ਼ ਜਤਾਇਆ ਤੇ ਉਹਨਾਂ ਨੂੰ ਉਸ ਕਮੇਟੀ ਵਿੱਚੋਂ ਬਾਹਰ ਕਰਤਾ ਸੀਗਾ। ਪਰ ਉਹਨਾਂ ਦੇ ਵੱਲੋਂ ਬਿਆਤ ਵੱਲੋਂ ਜੋ ਪ੍ਰੋਟੈਸਟ ਕੀਤਾ ਗਿਆ ਉਹਦੇ ਨਾਲ ਵਰਲਡ ਵਾਈਡ ਈਰਾਨ ਦੀ ਕੰਡੈਮਨੇਸ਼ਨ ਹੋਈ ਆ। ਤੇ ਜਿਹੜੀ ਰਸ਼ੀਆ ਯੂਕਰੇਨ ਦੀ ਵਾਰ ਆ ਉਹਦੇ ਵਿੱਚ ਵੀ ਰਸ਼ੀਆ ਦੀ ਜਿਹੜੀ ਅਗਰੈਸਿਵਨੈਸ ਆ ਉਹਦੇ ਪ੍ਰਤੀ ਵੀ ਇੱਕ ਵਰਲਡ ਵਾਈਡ ਉਹਨੇ ਆਪਣੇ ਪ੍ਰਗਟਾਵੇ ਰਾਹੀਂ ਕੁਐਸਚਨ ਖੜਾ ਕੀਤਾ। ਥੈਂਕ ਯੂ। ਥੈਂਕ ਯੂ ਸਰ।